ਇਹ ਹੈਗਾ ਜੇ 2544 ਰੁਪਏ ਪ੍ਰਿੰਟ ਤੇ 419 ਰੁਪਏ ਦਾ ਮਿਲਦਾ ਜੇ 419 ਰੁਪਏ ਦਾ। ਸਾਡੇ ਕੋਲੇ ਨਾ ਵੇਖੋ ਤੁਹਾਡੀ ਸੋਸ਼ਲ ਮੀਡੀਆ ਦੀ ਤਾਕਤ 2544 ਰੁਪਏ ਦਾ ਇੰਜੈਕਸ਼ਨ 419 ਰੁਪਏ ਦਾ ਟੀਕਾ ਦੇ ਰਹੇ ਜੇ 419 ਰੁਪਏ ਦਾ। ਯਾਰ ਅਸੀਂ ਤੇ ਰੌਲਾ ਪਾਉਨੇ ਆ ਸਾਨੂੰ ਕੁਝ ਨਾ ਕਰਨ ਇਹ ਲੀਡਰ ਘੱਟੋ ਘੱਟ ਸੇਵਾ ਕਰਨ ਦੇ ਦੇਣ। ਅਸੀਂ ਸੰਗਤ ਜੀ ਮਹਾਰਾਜ ਕਿਰਪਾ ਕਰੇ ਕੱਲੀ ਕੱਲੀ ਚੀਜ਼ ਗੁਰੂ ਨਾਨਕ ਦੇ ਮੋਦੀ ਖਾਨੇ ਜਿਹੜੇ ਭਾਅ ਆਊਗੀ ਉਸੇ ਭਾਅ ਜਾਊਗੀ। ਇਹ ਗੱਲ ਤੇ ਦ੍ਰਿੜ ਨਿਸ਼ਚਾ ਆਪਣਾ ਜੀ ਕਿ ਮੈਨੂੰ ਅਗਰ ਉਹਦੇ ਕੋਲ N95 30 ਰੁਪਏ ਦਾ ਹੈਗਾ ਜਿੰਨੀ ਕੁਆਂਟੀਟੀ ਉਹਦੇ ਕੋਲ ਅਵੇਲੇਬਲ ਹੈ ਕਰੋੜ 2 ਕਰੋੜ 5 ਕਰੋੜ 10 ਕਰੋੜ ਉਹ ਮੈਨੂੰ ਸਵੇਰੇ ਭੇਜੇ ਤੇ ਮੈਂ ਉਹਨੂੰ ਪੈਸੇ ਭੇਜ ਦਿੰਦਾ। ਕੇਂਦਰੀ ਸਰਕਾਰ ਪੰਜਾਬ ਸਰਕਾਰ ਪੁਲਿਸ ਕੋਲ ਜਿਹੜਾ ਸਾਡਾ ਉਹਨਾਂ ਨੇ ਟਾਰਗੇਟ ਕੀਤਾ ਹੈ ਉਹਦੀ ਕੰਪਲੇਂਟ ਥਰੂ ਆਊਟ ਕੀਤੀ ਜਾਏਗੀ। ਅਗਰ ਉਹ ਇਸ ਚੀਜ਼ ਦੇ ਉੱਤੇ ਮਾਫੀ ਨਹੀਂ ਮੰਗਦੇ ਓਪਨਲੀ ਮੀਡੀਆ ਦੇ ਵਿੱਚ ਆ ਕੇ ਨਹੀਂ ਕਰਦੇ we will be lodging a complaint। ਪਤਾ ਨਹੀਂ ਜੀ ਇਹ ਤਾਂ ਉਹਨੂੰ ਪਤਾ ਹੋਏਗਾ ਜੀ ਕਿ ਵੈਦਰ ਉਹ ਕੁਆਲੀਫਾਈਡ ਹੈਗਾ ਕਿ ਨਹੀਂ ਹੈਗਾ ਜਾਂ ਜੈ ਹਿੰਦ ਜੈ ਭਾਰਤ ਲਾਈਵ ਭਾਰਤ ਤੋਂ ਅੱਜ ਇੱਕ ਸਪੈਸ਼ਲ ਰਿਪੋਰਟ ਦੇ ਨਾਲ ਸੰਦੀਪ ਸਿੰਘ ਜੀ ਵਿੱਕੀ ਤੁਹਾਡੇ ਸਾਹਮਣੇ ਪੇਸ਼ ਹੈ ਜੀ। ਇੱਕ ਬਹੁਚਰਚਿਤ ਫੇਸਬੁੱਕ ਤੇ ਇੱਕ ਵਾਇਰਲ ਹੋ ਰਹੀ ਵੀਡੀਓ ਕੈਮਿਸਟਾਂ ਦੇ ਖਿਲਾਫ। ਕੈਮਿਸਟਾਂ ਨੇ ਇਸ ਦੇ ਖਿਲਾਫ ਵਾਰ-ਵਾਰ ਆਪਣਾ ਪ੍ਰਚਾਰ ਕੀਤਾ ਵੀ ਅਸੀਂ ਕੋਈ ਚੋਰ ਨਹੀਂ ਹਾਂ, ਪਰ ਜੇ ਫੇਸਬੁੱਕ ਤੇ ਜੋ ਕਹਿ ਰਹੇ ਨੇ ਸਰਦਾਰ ਜੀ ਲੁਧਿਆਣੇ ਤੋਂ ਇੱਕ ਗੁਰੂ ਨਾਨਕ ਦੇਵ ਜੀ ਨਾਂ 'ਤੇ ਇੱਕ ਟਰਸਟ ਬਣਾ ਕੇ ਜਾਂ ਸ਼ਾਇਦ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਇੱਕ ਮੋਦੀਖਾਨਾ ਸ਼ੁਰੂ ਕੀਤਾ ਹੋਇਆ, ਉਹ ਇੱਕ ਦਵਾਈਆਂ ਪੇਸ਼ ਕਰ ਰਹੇ ਨੇ ਵਾਰ-ਵਾਰ ਵੀ 8 ਰੁਪਏ ਦੀ ਦਵਾਈ ਅਸੀਂ ਜਿਹੜੀ ਹੈ ਜਿਹਦੇ 'ਤੇ 100 ਰੁਪਇਆ ਪ੍ਰਿੰਟ ਹੈ। ਰਿਟੇਲਰ ਲਗਾਤਾਰ ਚੋਰੀ ਕਰ ਰਿਹਾ ਜੀ, ਹੋਲਸੇਲਰ ਆ ਕਰ ਰਹੇ ਨੇ ਜੀ, ਦਵਾਈਆਂ ਵਾਲੇ ਆ ਕਰ ਰਹੇ ਨੇ। ਇਸੇ ਮਸਲੇ ਦੇ ਨਾਲ ਸਾਡੇ ਨਾਲ ਅੱਜ ਇੱਕ ਪੈਨਲ ਤੇ ਸੁਰਿੰਦਰ ਦੁੱਗਲ ਜੀ ਆਲ ਓਵਰ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਪੰਜਾਬ ਪ੍ਰਧਾਨ ਨੇ, ਰਜੇਸ਼ ਸੋਈ ਜੀ ਪ੍ਰੈਜ਼ੀਡੈਂਟ ਹੋਲਸੇਲ ਪ੍ਰੈਜ਼ੀਡੈਂਟ, ਸੰਜੀਵ ਭਾਟੀਆ ਜੀ ਰਿਟੇਲ ਪ੍ਰੈਜ਼ੀਡੈਂਟ, ਰਜੇਸ਼ ਕਪੂਰ ਜੀ ਜਨਰਲ ਸੈਕਟਰੀ ਹੋਲਸੇਲ, ਅਨੂਪ ਬਿੱਟਾ ਜੀ ਚੇਅਰਮੈਨ ਹੋਲਸੇਲ। ਠੀਕ ਹੈ ਜੀ, ਇਹਨਾਂ ਸਾਰਿਆਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਵੀ ਇਹ ਸਾਰਾ ਮਸਲਾ ਕੀ ਹੈ, ਕਿਉਂ ਉਹ ਸਰਦਾਰ ਜੀ ਬਾਰ-ਬਾਰ ਲਗਾਤਾਰ ਕੈਮਿਸਟਾਂ 'ਤੇ ਚੋਟ ਕਰ ਰਹੇ ਨੇ ਤੇ ਲੋਕਾਂ ਦੇ ਵਿੱਚ ਇੱਕ ਬੜਾ ਭਰਮ ਭਾਵ ਪਾ ਰਹੇ ਨੇ ਕਿ ਸ਼ਾਇਦ ਇਹ ਕੈਮਿਸਟ ਸਟੋਰ ਜਿਹੜੇ ਬੜੇ ਲੁੱਟ ਮਚਾਈ ਹੋਈ ਹੈ। ਪਰ ਮੈਂ ਨਾਲ ਕੁਝ ਗੱਲਾਂ ਦੱਸ ਦੇਣਾ ਚਾਹੁੰਦਾ ਹਾਂ ਵੀ ਇੱਕ ਸਮਾਂ ਸੀ ਜਦੋਂ ਕਰੋਨਾ ਵਾਇਰਸ ਸਟਾਰਟ ਹੋਇਆ ਸੀਗਾ। ਕਰੋਨਾ ਵਾਇਰਸ ਸਟਾਰਟ ਹੁੰਦੇ ਹੀ ਵੱਡੇ ਡਾਕਟਰ ਮੈਂ ਦੇਖੇ ਜਿਨ੍ਹਾਂ ਨੇ ਆਪਣੇ ਬੋਰਡਾਂ ਦੇ ਉੱਤੇ ਆਪਣਾ ਨਾਮ ਮਟੇਲਿਆ ਸੀਗਾ, ਆਪਣਾ ਮੋਬਾਈਲ ਨੰਬਰ ਮਟੇਲਿਆ ਸੀ। ਕਿਉਂ? ਵੀ ਲੋਕੀ ਉਹਨਾਂ ਨੂੰ ਫੋਨ ਕਰਕੇ ਉਹਨਾਂ ਨੂੰ ਚੈੱਕ ਨਾ ਕਰਾਉਣ ਆਉਣ। ਇੱਕ ਕਮਾਂਡ ਸੰਭਾਲੀ ਹੋਲਸੇਲਰ ਰਿਟੇਲਰਾਂ ਨੇ, ਪਹਿਲੇ ਦਿਨ ਤੋਂ ਹੀ ਉਹ ਆਪਣੀ ਸੇਵਾ ਨਿਭਾ ਰਹੇ ਸਨ। ਪਰ ਪਤਾ ਨਹੀਂ ਅਚਾਨਕ ਇੱਕ ਤਰ੍ਹਾਂ ਦਾ ਬੂਮ ਆ ਕੇ ਇਹਨਾਂ ਦਾ ਜਿਹੜਾ ਰਿਟੇਲਰਾਂ ਦਾ ਮੈਡੀਸਿਨ ਵਾਲਿਆਂ ਦਾ ਇੱਕ ਗ੍ਰਾਫ ਬਹੁਤ ਵਧੀਆ ਬਣਿਆ ਹੋਇਆ ਸੀ, ਇੱਕ ਬੜੀ ਵਧੀਆ ਇਹਨਾਂ ਦੀ ਇਮੇਜ ਸੀਗੀ, ਉਹਨੂੰ ਇੱਕ ਢਾਹ ਲੱਗੀ। ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਨਾਲ ਸੁਰਿੰਦਰ ਦੁੱਗਲ ਜੀ ਨੇ, ਉਹਨਾਂ ਦੇ ਮੈਂ ਕੁਝ ਵਿਚਾਰ ਜਾਣਨਾ ਚਾਹਾਂਗਾ ਵੀ ਉਸ ਬਾਰੇ ਕੀ ਕਹਿਣਾ ਚਾਹੁੰਦੇ ਨੇ। ਸੁਰਿੰਦਰ ਦੁੱਗਲ ਜੀ। ਦੇਖੋ ਜੀ, ਮੈਂ ਜਿਹੜੀ ਇੱਕ ਵੀਡੀਓ ਜਿਹੜੀ ਹੈ ਪਰਸੋਂ ਵਾਇਰਲ ਹੋਈ ਹੈ ਲੁਧਿਆਣੇ ਦੇ ਵਿੱਚੋਂ, ਮੇਰੇ ਹਿਸਾਬ ਸੇ ਤਾਂ ਬੜੀ ਮੰਦਭਾਗੀ ਇਹਨੂੰ ਮੈਂ ਘਟਨਾ ਹੀ ਕਰਾਂਗਾ। ਜਿਹੜਾ ਕਿ ਉਸ ਮੇਰੇ ਵੀਰ ਨੇ ਜਿਹਨੂੰ ਕਿ ਨਾਂ ਜਿਹੜਾ ਬਲਜਿੰਦਰ ਸਿੰਘ ਜੀ ਕਿਹਾ ਜਾਂਦਾ ਹੈ, ਉਹਨਾਂ ਦਾ ਮੋਟਿਵ ਕੀ ਹੈ? ਕਿਆ ਉਹ ਸੇਵਾ ਕਰਨਾ ਚਾਹੁੰਦੇ ਨੇ ਜਾਂ ਇਸ ਤਰ੍ਹਾਂ ਦੀ ਇੱਕ ਵੀਡੀਓ ਵਾਇਰਲ ਕਰਕੇ ਉਹ ਆਪਣੀ ਦੁਕਾਨਦਾਰੀ ਸ਼ਾਇਦ ਚਮਕਾਉਣਾ ਚਾਹੁੰਦੇ ਨੇ, ਜਾਂ ਉਹਨਾਂ ਦਾ ਕੋਈ ਮੋਟਿਵ ਹੋਰ ਹੈ? ਉਹ ਸ਼ਾਇਦ ਉਹਨਾਂ ਨੂੰ ਹੀ ਪਤਾ ਹੋਏਗਾ। ਮੈਂ ਨਹੀਂ ਉਹਦੇ ਬਾਰੇ ਕੋਈ ਕਿੰਤੂ ਪਰੰਤੂ ਕਰ ਸਕਦਾ। ਸ਼ਾਇਦ ਅਗਰ ਉਹ ਪੂਰੀ ਜਾਣਕਾਰੀ ਲੈ ਕੇ, ਮੈਨੂੰ ਨਹੀਂ ਪਤਾ ਕਿ ਉਹ ਖੁਦ ਫਾਰਮਾਸਿਸਟ ਨੇ ਜਾਂ ਕੰਪੀਟੈਂਟ ਪਰਸਨ ਨੇ ਜਾਂ ਉਹ ਕੋਈ ਹੋਰ ਨੇ, ਜੇ ਅਗਰ ਉਹਨਾਂ ਦੇ ਕੋਲ ਪੂਰੀ ਜਾਣਕਾਰੀ ਹੁੰਦੀ ਤੇ ਸ਼ਾਇਦ ਇੰਨੀ ਗੱਲ ਉਹ ਆਪਣੀ ਐਡ ਦੇ ਵਿੱਚ ਆਪਣੇ ਚੈਨਲ ਦੇ ਮਾਧਿਅਮ ਦੇ ਉੱਤੇ ਉਹ ਗੱਲ ਨਾ ਕਰਦੇ। ਉਹ ਕਹਿੰਦੇ ਨੇ ਅਗਿਆਨੀ ਤੇ ਅਗਿਆਨੀ, ਅਗਰ ਦੋਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ ਤੇ ਮੇਰਾ ਖਿਆਲ ਹੈ ਕਿ ਸਭ ਤੋਂ ਵੱਡੀ ਜਿਹੜੀ ਐਗਜ਼ਾਮਪਲ ਹੈ ਇਸ ਵੀਡੀਓ ਹੀ ਉਹ ਐਗਜ਼ਾਮਪਲ ਹੈ। ਗੱਲਾਂ ਤਾਂ ਉਹਨਾਂ ਨੇ ਬਹੁਤ ਕੀਤੀਆਂ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਅਸੀਂ ਆਪਣਾ ਪੱਖ ਵੀ ਸਾਂਝਾ ਕਰਾਂਗੇ, ਔਰ ਜੋ ਕੁਝ ਉਹਨਾਂ ਨੇ ਕਿਹਾ ਉਹਦੇ ਬਾਰੇ ਵੀ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਕਿ ਜਿਸ ਤਰ੍ਹਾਂ ਸਾਡੇ ਕੈਮਿਸਟ ਭਰਾਵਾਂ ਨੂੰ, ਸਾਡੇ ਆਲ ਇੰਡੀਆ ਦੇ ਵਿੱਚ 8.5 ਲੱਖ ਕੈਮਿਸਟ ਨੇ ਤੇ ਪੰਜਾਬ ਦੇ ਵਿੱਚ 25,000 ਕੈਮਿਸਟ ਦੀਆਂ ਦੁਕਾਨਾਂ ਪੰਜਾਬ ਦੇ ਵਿੱਚ ਹੈ ਸਾਡੇ, ਤੇ ਦਵਾ ਕੰਪਨੀਆਂ ਨੂੰ, ਸਰਕਾਰ ਨੂੰ
ਚੋਰ ਕਿਹਾ ਗਿਆ ਹੈ, ਉਸ ਵੀਡੀਓ ਦੇ ਵਿੱਚ ਬੜੀ ਅਤਿਅੰਤ ਮੰਦਭਾਗੀ ਹੈ ਔਰ ਵਾਕਈ ਹੀ ਸਾਡੇ ਇਸ ਪ੍ਰੋਫੈਸ਼ਨ ਨੂੰ ਠੇਸ ਜਿਹੜੀ ਹੈ ਅੱਜ ਪਹੁੰਚੀ ਹੈ ਇਸ ਵੀਡੀਓ ਦੇ ਨਾਲ। ਮੈਂ ਤੁਹਾਨੂੰ ਇਹ ਦੱਸ ਦੇਣਾ ਵੀ ਚਾਹੁੰਦਾ ਹਾਂ ਕਿ ਕੈਮਿਸਟ, ਜਿਸ ਤਰ੍ਹਾਂ ਕਿ ਮੈਂ ਪਹਿਲੇ ਕਿਹਾ ਹੈ ਕਿ 8.5 ਲੱਖ ਨੇ ਹਿੰਦੁਸਤਾਨ ਦੇ ਵਿੱਚ ਤੇ 25,000 ਪੰਜਾਬ ਦੇ ਵਿੱਚ ਨੇ। ਸਾਰੇ ਹੀ ਜਿੰਨੇ ਕੈਮਿਸਟ ਨੇ, ਡਰੱਗ ਐਂਡ ਕਾਸਮੈਟਿਕ ਐਕਟ ਹੈ ਸਾਡੇ ਦੇ ਉੱਪਰ 1948 ਦਾ ਡਰੱਗ ਐਂਡ ਕਾਸਮੈਟਿਕ ਐਕਟ, ਜਿਹਦੇ ਨਾਲ ਅਸੀਂ ਕੰਮ ਕਰਦੇ ਹਾਂ। ਔਰ ਉਸ ਤੋਂ ਬਾਅਦ ਕਈ ਸਰਕਾਰਾਂ ਕੇਂਦਰ ਦੇ ਵਿੱਚ ਆਈਆਂ, ਰਾਜ ਦੇ ਵਿੱਚ ਆਈਆਂ। 1919 ਦੇ ਵਿੱਚ 1800 ਪਹਿਲੇ ਤਾਂ ਜਦੋਂ ਭਾਰਤ ਆਜ਼ਾਦ ਹੋਇਆ 1990 ਦੇ ਵਿੱਚ, ਫਿਰ ਦੁਬਾਰਾ 2002 ਦੇ ਵਿੱਚ, ਉਸ ਤੋਂ ਬਾਅਦ 2014 ਦੇ ਵਿੱਚ ਤੇ 2019 ਦੇ ਵਿੱਚ ਕਈ ਤਰ੍ਹਾਂ ਦੀਆਂ ਅਮੈਂਡਮੈਂਟ ਕੀਤੀਆਂ ਗਈਆਂ ਇਸ ਡਰੱਗ ਐਂਡ ਕਾਸਮੈਟਿਕ ਐਕਟ ਦੇ ਵਿੱਚ, ਜਿਹਦੇ ਨਾਲ ਕਿ ਅਸੀਂ ਕੰਮ ਕਰਦੇ ਹਾਂ। ਮੈਂ ਆਪ ਖੁਦ ਇੱਕ ਇਸ ਪ੍ਰੋਫੈਸ਼ਨ ਨੂੰ ਬਿਲੋਂਗ ਕਰਦਾ ਹਾਂ, ਮੈਡੀਸਨਸ ਦਾ ਕੰਮ ਕਰਦਾ ਹਾਂ। ਮੈਨੂੰ ਪਤਾ ਹੈ ਕਿ ਪ੍ਰੋਸੀਜਰ ਕੀ ਹੈ। ਕੈਮਿਸਟ ਜਿੰਨੇ ਵੀ ਨੇ, ਡਰੱਗ ਐਂਡ ਕਾਸਮੈਟਿਕ ਐਕਟ ਸਾਡਾ ਇਹ ਸਿਖਾਉਂਦਾ ਹੈ, ਇਹ ਕਹਿੰਦਾ ਹੈ ਔਰ ਸਾਡੇ ਉੱਤੇ ਪੂਰੀ ਤਰ੍ਹਾਂ ਲਾਗੂ ਹੁੰਦਾ ਹੈ ਕਿ ਜਿੰਨੀਆਂ ਵੀ ਦਵਾਈਆਂ ਸਾਡੇ ਸਟੋਰਾਂ ਦੇ ਉੱਪਰ ਵਿਕਦੀਆਂ ਨੇ, ਅਸੀਂ ਸਾਰੀਆਂ ਮੈਕਸਿਮਮ ਰਿਟੇਲ ਪ੍ਰਾਈਸ ਜਿਹੜਾ ਕਿ MRP ਉਹਦੇ ਉੱਤੇ ਪ੍ਰਿੰਟ ਹੈ ਉਹਦੇ ਉੱਤੇ ਵੇਚਣੀ ਹੈ। ਚਾਹੇ ਉਹ 10 ਰੁਪਏ ਹੈ, ਚਾਹੇ ਉਹ 100 ਰੁਪਇਆ ਹੈ, ਚਾਹੇ ਉਹ 1000 ਰੁਪਇਆ, ਚਾਹੇ ਉਹ 10,000 ਰੁਪਇਆ ਹੈ, ਅਸੀਂ MRP ਦੇ ਉੱਤੇ ਹੀ ਵੇਚਣੀ ਹੈ। ਔਰ ਜਿਹੜਾ ਵੀ ਇਹ ਸਿਸਟਮ ਹੈ, ਜਿਹੜਾ ਪਹਿਲੇ ਸਪੈਸ਼ਲਾਈਜ਼ਡ ਪ੍ਰੋਡਕਟ ਦਾ ਸਿਸਟਮ ਸੀ, 1980 ਤੱਕ ਇਹ ਪੂਰਾ ਸਿਸਟਮ ਬ੍ਰਾਂਡਡ ਮੈਡੀਸਨ ਦਾ ਹੀ ਸਾਡੇ ਹਿੰਦੁਸਤਾਨ ਦੇ ਵਿੱਚ ਚੱਲਦਾ ਹੈ। ਜਿਸ ਤਰ੍ਹਾਂ ਕਿ ਤੁਸੀਂ ਦੁਨੀਆ ਦੇ ਹੋਰ ਮੁਲਕਾਂ ਦੇ ਵਿੱਚ ਦੇਖਿਆ ਹੋਵੇਗਾ, ਦੋ ਤਰ੍ਹਾਂ ਦਾ ਸਿਸਟਮ ਜਿਹੜਾ ਉੱਥੇ ਚੱਲਦਾ ਹੈ। ਇੱਕ ਤਾਂ ਚੱਲਦਾ ਹੈ ਸਰਕਾਰੀ ਤੰਤਰ, ਸਾਰੀ ਦਵਾਈ ਜਿਹੜੀ ਹੈ ਉਹ ਸਰਕਾਰ ਦੇ ਕੋਲ ਉਹਨਾਂ ਦੇ ਆਪਣੇ ਸਟੋਰਾਂ ਦੇ ਅੰਦਰ ਹੀ ਫ੍ਰੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਔਰ 50 ਤੋਂ 60% ਇਹੋ ਜਿਹੀਆਂ ਦਵਾਈਆਂ ਜਿਹੜੀਆਂ ਆਮ ਸਟੋਰਾਂ ਦੇ ਉੱਤੇ ਅਵੇਲੇਬਲ ਹੈ, MRP ਦੇ ਉੱਤੇ ਵੇਚੀਆਂ ਜਾਂਦੀ ਹੈ। ਚਾਹੇ ਉਹ ਮਾਲ ਵਾਲਾ, ਚਾਹੇ ਉਹ ਕੰਪਨੀ ਵਾਲਾ ਉਹਦੇ ਤੇ ਕੋਈ ਸਕੀਮ 10+1 ਦਿੰਦਾ ਹੈ ਜਾਂ 2 ਦੇ ਉੱਤੇ ਦਿੰਦਾ ਹੈ, ਉਹਦੇ ਤੇ ਲੈਸ ਕਰਨਾ ਉਹ ਮਾਲ ਵਾਲੇ ਦਾ, ਉਹ ਦੁਕਾਨ ਵਾਲੇ ਦਾ ਇੱਕ ਉਹਦਾ ਆਪਣਾ ਪਰਸਨਲ ਹੈ ਕਿ ਉਹ ਆਪਣਾ ਮਾਲ ਕਿਵੇਂ ਵੇਚਣਾ ਚਾਹੁੰਦਾ ਹੈ। ਜਿਸ ਤਰ੍ਹਾਂ ਕਿ ਮੈਂ ਪਹਿਲੇ ਕਿਹਾ ਕਿ 1980 ਤੱਕ ਬ੍ਰਾਂਡਡ ਦਵਾਈਆਂ ਜਿਹੜੀਆਂ ਸੀ ਮਾਰਕੀਟ ਦੇ ਵਿੱਚ ਚੱਲਦੀਆਂ ਰਹੀਆਂ। ਉਹਦੇ ਬਾਅਦ ਸਰਕਾਰਾਂ ਆਈਆਂ ਕਈ, ਪਰ 2014 ਦੇ ਵਿੱਚ ਜਦੋਂ ਇਹ ਨਵੀਂ ਸਰਕਾਰ ਆਈ, ਉਸ ਤੋਂ ਪਹਿਲੇ ਵੀ ਇਹ ਜਿਹੜਾ ਪ੍ਰੋਸੈਸ ਸੀ ਪਹਿਲੇ ਸ਼ੁਰੂ ਹੋ ਗਿਆ ਸੀ, ਪਰ 2014 ਦੇ ਵਿੱਚ ਜੈਨਿਕ ਮੈਡੀਸਨ ਦਾ ਇੱਕ ਰੁਝਾਨ ਜਿਹੜਾ ਸੀ ਉਹ ਹਿੰਦੁਸਤਾਨ ਦੇ ਵਿੱਚ ਬਹੁਤ ਵੱਧ ਗਿਆ। ਔਰ ਸਾਡੇ ਮਾਨਯ ਪ੍ਰਧਾਨ ਮੰਤਰੀ ਜੀ ਮੋਦੀ ਸਾਹਿਬ ਦਾ ਇੱਕ ਆਪਣਾ ਸੁਪਨਾ ਵੀ ਸੀ, ਮੈਂ ਕਿਉਂ ਨਾ ਸਸਤੀ ਇੱਕ ਮੈਡੀਸਨ ਜਿਹੜੀ ਹੈ ਮੈਂ ਗਰੀਬ ਲੋਕਾਂ ਦੇ ਉੱਤੇ ਤੱਕ ਪਹੁੰਚਾਵਾਂ। ਔਰ ਉਹਨਾਂ ਨੇ ਇਹ ਫੰਡਾ ਜਿਹੜਾ ਸੀ ਦਿੱਤਾ ਕਿ ਮੈਂ ਜੈਨਿਕ ਮੈਡੀਸਨ ਜਿਹੜੀਆਂ ਉਹਨਾਂ ਨੂੰ ਮੈਕਸਿਮਮ ਆਪਣੇ ਲੈਵਲ ਦੇ ਉੱਤੇ ਪ੍ਰਮੋਟ ਕਰਾਂ। ਔਰ ਤੁਸੀਂ ਦੇਖਿਆ ਵੀ ਹੋਵੇਗਾ ਕਿ 2014 ਤੋਂ ਬਾਅਦ ਹੀ ਜਿਹੜੇ ਮੈਡੀਕਲ ਕਾਲਜ ਸੀ, ਉਹਨਾਂ ਨੇ ਤਾਂ ਪਹਿਲੇ ਕੇਂਦਰੀ ਸਰਕਾਰ ਨੇ ਕੀ ਕੀਤਾ, ਜਿਹੜੀਆਂ ਦਵਾਈਆਂ ਸਨ ਮੈਡੀਕਲ ਕਾਲਜ ਦੇ ਵਿੱਚ ਡਾਇਰੈਕਟ ਜੈਨਿਕ ਦਵਾਈਆਂ ਸਪਲਾਈ ਕਰਨ ਦੀ ਇੱਕ ਕੋਸ਼ਿਸ਼ ਕੀਤੀ। ਉਹ ਕੀ ਹੈ ਉਹ ਮੈਂ ਤੁਹਾਨੂੰ ਅੱਗੇ ਦੱਸਾਂਗਾ ਤੁਹਾਨੂੰ ਕਿ ਕੀ ਪਾਲਿਸੀਜ਼ ਕੀ ਹੁੰਦੀ ਹੈ। ਸਰਕਾਰਾਂ ਕੀ ਕਰਦੀਆਂ ਕਿ ਆਪਣੇ ਲੈਵਲ ਦੇ ਉੱਪਰ ਉਹ ਬਲਕ ਦੇ ਵਿੱਚ ਕੋਈ ਮੈਨੂਫੈਕਚਰ ਹੈ, ਇਹ ਮੈਨੂਫੈਕਚਰ ਹੈ, ਸਰਕਾਰ ਨੂੰ ਲੱਗਦਾ ਹੈ ਕਿ ਮੇਰੀ ਸਾਰੇ ਹਿੰਦੁਸਤਾਨ ਦੇ ਵਿੱਚ ਮੇਰੇ ਜਿਹੜੇ ਸਰਕਾਰੀ ਹਸਪਤਾਲ ਹੈ, ਮੈਨੂੰ 100 ਕਰੋੜ ਦੀ ਜਾਂ 1000 ਕਰੋੜ ਦੀ ਇੱਕ ਪਾਰਟਿਕੂਲਰ ਪੈਰਾਸੀਟਾਮੋਲ ਚਾਹੀਦੀ ਹੈ। ਉਹ ਡਾਇਰੈਕਟ ਕੰਪਨੀ ਨਾਲ ਗੱਲ ਕਰਦੀ ਹੈ, ਕੰਪਨੀ ਜਿਹੜੀ ਹੈ ਸਰਕਾਰ ਨੂੰ ਸਪਲਾਈ ਕਰ ਦਿੰਦੀ ਹੈ। ਉਹ ਜਿਹੜੀ ਮੈਡੀਸਨ ਹੈ ਸਰਕਾਰ ਡਿਸਟ੍ਰਿਕਟ ਆਪਣੇ ਹਸਪੀਟਲ ਦਾ ਜਿਹੜੇ ਵੀ ਉਹਨਾਂ ਦੇ ਹਸਪੀਟਲਸ ਨੇ ਉਹਨਾਂ ਦੇ ਵਿੱਚੋਂ ਸਪਲਾਈ ਕਰ ਦਿੰਦੀ ਹੈ। ਦੂਸਰਾ ਸਿਸਟਮ ਕਿਹੜਾ ਕੀ ਚੱਲਦਾ ਹੈ ਕਿ ਕੰਪਨੀਆਂ ਦਵਾਈਆਂ ਬਣਾਉਂਦੀਆਂ, ਕੰਪਨੀਆਂ ਦਵਾਈਆਂ ਬਣਾ ਕੇ ਉਹਦੇ ਉੱਤੇ ਤੁਹਾਨੂੰ ਜਿਸ ਤਰ੍ਹਾਂ ਪਤਾ ਹੈ ਐਕਸਾਈਜ਼ ਡਿਊਟੀ ਲੱਗਦੀ ਹੈ, ਜਿਹੜੀ ਕਿ GST ਤੋਂ ਪਹਿਲੇ 18% ਸੀ। ਹੁਣ ਉਹਨਾਂ ਨੇ ਉਹ ਐਕਸਾਈਜ਼ ਡਿਊਟੀ ਜਿਹੜੀ ਹੈ ਉਹ GST ਦੇ ਵਿੱਚ ਹੀ ਮਰਜ ਕਰ ਦਿੱਤੀ ਹੈ। ਉਸ ਤੋਂ ਬਾਅਦ 16%, ਜੇ ਅਗਰ 100 ਰੁਪਇਆ ਦਵਾਈ ਦਾ ਰੇਟ ਹੈ, 16 ਰੁਪਏ ਉਹਦੇ ਉੱਤੇ ਐਕਸਾਈਜ਼ ਡਿਊਟੀ ਹੁੰਦੀ ਹੈ। ਉਸ ਤੋਂ ਬਾਅਦ ਗੱਲ ਕਰੀਏ ਅੱਜ ਦੇ ਦਿਨ ਦੇ ਵਿੱਚ GST ਦੀ,
12%, 18%, ਈਵਨ ਕਈ ਦਵਾਈਆਂ ਤੇ 28% ਅੱਜ ਦੀ ਡੇਟ ਦੇ ਉੱਤੇ GST ਹੈ। ਦੈਨ ਕੰਪਨੀਆਂ ਨੇ ਆਪਣੇ ਡੀਪੂ ਬਣਾਏ ਨੇ, C&F ਨੇ ਜਿਨ੍ਹਾਂ ਨੂੰ ਕਿ 2 ਤੋਂ 3% ਕਮਿਸ਼ਨ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਡਿਸਟਰੀਬਿਊਟਰਸ ਆਉਂਦੇ ਨੇ, ਡਿਸਟਰੀਬਿਊਟਰ ਨੂੰ 4 ਤੋਂ 5% ਜਿਹੜੀ ਹੈ ਕਮਿਸ਼ਨ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਹੋਲਸੇਲਰ ਹੈ, ਡਰੱਗ ਐਂਡ ਕਾਸਮੈਟਿਕ ਐਕਟ ਹੈ ਜਿਹੜਾ, ਔਰ ਜਿਹੜਾ ਸਿਸਟਮ ਪਿਛਲੇ ਕਈ 60 ਸਾਲਾਂ ਦੇ ਤੋਂ ਜਾਂ 70 ਸਾਲਾਂ ਤੋਂ ਹਿੰਦੁਸਤਾਨ ਦੇ ਵਿੱਚ ਚੱਲ ਰਿਹਾ, ਉਹਦੇ ਵਿੱਚ ਇੱਕ ਹੋਲਸੇਲਰਸ ਨੂੰ 8 ਤੋਂ 10% ਹੀ ਕਮਿਸ਼ਨ ਦਿੱਤੀ ਜਾਂਦੀ ਹੈ। ਔਰ ਮੇਰਾ ਜਿਹੜਾ ਰਿਟੇਲ ਵੀਰ ਹੈ ਉਹਨੂੰ 18 ਤੋਂ 22%, 16% ਕਿਸੇ ਮੈਡੀਸਨ ਤੇ ਹੈ, ਔਰ 18 ਤੋਂ 22% ਉਹ ਦਵਾਈਆਂ ਹੈ ਜਿਹੜੀਆਂ ਟੌਨਿਕਸ ਆ ਜਾਂਦੇ ਤੇ ਦੂਸਰੇ ਪ੍ਰੋਡਕਟਸ ਹੈ, ਉਹਨਾਂ ਤੇ 18 ਤੋਂ ਲੈ ਕੇ 22% ਦਾ ਮਾਰਜਨ ਜਿਹੜਾ ਕਿ ਇਹ ਫਿਕਸ ਕੀਤਾ ਜਾਂਦਾ ਹੈ। ਉਸ ਤੋਂ ਦੁੱਗਲ ਸਾਹਿਬ ਮੈਂ ਤੁਹਾਡੀ ਗੱਲ ਕੱਟਣਾ ਚਾਹੁੰਦਾ ਹੈ, ਮੈਂ ਬਸ ਇਹੋ ਜਾਣਕਾਰੀ ਤੁਹਾਡੇ ਕੋਲ ਮੇਨ ਚਾਹੁੰਦਾ ਵੀ ਉਹ ਕਿਸ ਦਵਾਈਆਂ ਦੀ ਗੱਲ ਕਰ ਰਿਹਾ। ਤੁਸੀਂ ਮਾਰਜਨ ਦੱਸ ਰਹੇ ਹੋ 18 ਤੋਂ 22%, ਪਰ ਉਹ ਦੱਸ ਰਿਹਾ ਵੀ ਇੱਕ 8 ਰੁਪਏ ਦੀ ਚੀਜ਼ 110 ਰੁਪਏ ਦੀ ਵਿਕ ਰਹੀ ਹੈ ਜੀ। ਐਡੀ ਵੱਡੀ ਲੁੱਟ ਹੈ ਜੀ। ਮੈਡੀਕਲ ਸਟੋਰ ਵਾਲੇ ਚੋਰ ਬਣੇ ਹੋਏ ਨੇ, ਇਹਨਾਂ ਨੇ ਚੋਰ ਬਜ਼ਾਰੀ ਬਚਾਈ ਹੋਈ ਹੈ। ਕਨਫਿਊਜ਼ ਦੇਖੋ, ਆਮ ਜਨਤਾ ਨੂੰ ਜਿਹੜੀਆਂ ਤੁਸੀਂ ਗੱਲ ਕਰ ਰਹੇ ਜੇ, ਤੁਸੀਂ ਬਿਲਕੁਲ ਠੀਕ ਹੋ ਸਕਦੇ ਜੇ, ਉਹ ਆਪਣੀ ਜਗ੍ਹਾ ਆਪਣੀ ਪੱਖ ਰੱਖ ਰਿਹਾ। ਮੈਂ ਸਿਰਫ ਇਹ ਜਾਣਨਾ ਚਾਹੁੰਦਾ ਵੀ 18 ਤੋਂ 22% ਇੱਕ ਪਾਸੇ ਤੁਸੀਂ ਮਾਰਜਨ ਦੱਸ ਰਹੇ ਹੋ, ਉਹ ਦੱਸ ਰਿਹਾ ਵੀ 8 ਰੁਪਏ ਦੀ ਚੀਜ਼ 110 ਰੁਪਏ ਦੀ ਦੱਸ ਰਿਹਾ ਵੀ 8 ਰੁਪਏ ਦੀ ਚੀਜ਼ ਲੈ ਕੇ ਜੀ 110 ਪੈਂਟੋਸੈਕ ਗੋਲੀ ਦਾ ਨਾਮ ਬਾਰ-ਬਾਰ ਲੈ ਰਿਹਾ। ਬਸ ਇਹ ਕਨਫਿਊਜ਼ਨ ਨੂੰ ਥੋੜਾ ਜਿਹਾ ਕਲੀਅਰ ਕਰੋ ਵੀ ਉਹ ਕਿਹੜੀਆਂ ਦਵਾਈਆਂ ਦੀ ਬਾਰ-ਬਾਰ ਗੱਲ ਕਰ ਰਹੇ ਮੈਂ ਇਸ ਕਰਕੇ ਇਹ ਸਾਰੀ ਜਿਹੜੀ ਇਹ ਚੀਜ਼ ਦੱਸਦਾ ਪਿਆ ਕਿ ਇਹ ਜਿਹੜਾ ਬੜਾ ਵੱਡਾ ਕਨਫਿਊਜ਼ਨ ਔਰ ਸ਼ਖਸ ਨੇ ਟੋਟਲ ਕ੍ਰੀਏਟ ਕੀਤਾ ਹੈ ਹਵਾ, ਇਹ ਚੀਜ਼ਾਂ ਮੈਂ ਇਸ ਕਰਕੇ ਹੀ ਦੱਸ ਦਿਆਂ ਕਿ ਇੱਕ ਆਮ ਬੰਦੇ ਨੂੰ ਵੀ ਜਦੋਂ ਇਹ ਵੀਡੀਓ ਸ਼ੇਅਰ ਕਰੇ ਜਾਂ ਤੁਹਾਡੇ ਮਾਧਿਅਮ ਦੇ ਰਹੀ, ਇਹ ਪਤਾ ਹੋਣਾ ਚਾਹੀਦਾ ਕਿ ਸਿਸਟਮ ਕੀ ਚੱਲ ਰਿਹਾ। ਜਦੋਂ ਤੱਕ ਸਿਸਟਮ ਦਾ ਹੀ ਨਹੀਂ ਪਤਾ ਲੱਗੇਗਾ ਤੁਸੀਂ ਕੋਈ ਵੀ ਸਵਾਲ ਜਵਾਬ ਨਹੀਂ ਕਰ ਸਕਦੇ। ਮੈਂ ਇਸ ਦੇ ਗੱਲ ਦੇ ਉੱਤੇ ਫੇਰ ਆਵਾਂਗਾ ਕਿ ਸਾਡੀ ਜਿੰਨੀਆਂ ਵੀ ਦਵਾਈਆਂ ਹੈ ਹਿੰਦੁਸਤਾਨ ਦੇ ਵਿੱਚ ਹੈਗੀਆਂ, ਉਹਦੇ ਉੱਤੇ ਇੱਕ ਏਜੰਸੀ ਹੈ, ਸਰਕਾਰੀ ਏਜੰਸੀ, ਜਿਹਨੂੰ ਕਿ ਮੈਂ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿਸ ਅਥਾਰਟੀ ਹੈ, NPPA, ਨੈਸ਼ਨਲ ਫਾਰਮਾਸਿਊਟਿਕ ਪ੍ਰਾਈਸਿੰਗ ਅਥਾਰਟੀ। ਇਹ ਹਿੰਦੁਸਤਾਨ ਦੀ ਅਥਾਰਟੀ ਹੈ ਜਿਹੜਾ ਕਿ ਹਰ ਦਵਾਈ ਦਾ ਜਿਹੜੀ ਵੀ ਦਵਾਈ ਮਾਰਕੀਟ ਦੇ ਵਿੱਚ ਆਏਗੀ ਉਹਦਾ ਰੇਟ ਇਹ ਏਜੰਸੀ ਫਿਕਸ ਕਰਦੀ ਹੈ। MRP ਜਾਂ ਖਾਂਸੀ ਜਾਂ ਸ਼ੂਗਰ ਦੇ ਲਈ ਯੂਜ਼ ਹੁੰਦੀ ਸੀ 472 ਦਵਾਈਆਂ ਦਾ ਰੇਟ ਜਿਹੜਾ ਸੀ ਉਹਨਾਂ ਨੇ 2014 ਦੇ ਵਿੱਚ ਫਿਕਸ ਕੀਤਾ, ਔਰ ਅੱਜ ਦੀ ਡੇਟ ਦੇ ਵਿੱਚ ਉਹ 472 ਤੋਂ ਲੈ ਕੇ 792 ਡਰੱਗਸ ਤੱਕ ਅੱਜ ਉਹ ਪਹੁੰਚ ਚੁੱਕੀ ਹੈ। ਫਿਗਰ ਜਿਹੜੀ ਹੈ ਅੱਜ ਦਵਾਈਆਂ 792 ਦਵਾਈਆਂ ਦੇ ਜਿਹੜੇ ਰੇਟ ਹੈਗੇ ਆ ਉਹ DPCO ਅੰਡਰ ਦੇ ਨੇ। ਡਰੱਗ ਜਿਹੜੀ ਰੈਗੂਲੇਟਰੀ ਕਮੇਟੀ ਹੈ ਉਹਨਾਂ ਨੇ ਇੱਕ ਫਿਕਸ ਕਰਤਾ ਕਿ ਇਸ ਤੋਂ ਵੱਧ ਕੋਈ ਵੀ ਮੈਨੂਫੈਕਚਰ ਵੇਚ ਨਹੀਂ ਸਕਦਾ, ਕੋਈ ਵੀ ਦਵਾਈ ਆਪਣਾ ਵੇਚਣ ਵਾਲਾ ਕੈਮਿਸਟ ਜਿਹੜਾ ਇਸ ਦਵਾਈ ਤੋਂ ਰੇਟ ਤੋਂ ਨਹੀਂ ਵੇਚ ਸਕਦਾ। ਅਗਰ ਕਿਸੇ ਕੋਲ ਪਈ ਵੀ ਹੋਈ ਹੈ ਉਹ ਦਵਾਈ ਜਿਹੜੀ ਹੈ ਉਹ ਵਾਪਸ ਭੇਜੇਗਾ। ਬਹੁਤ ਵੱਡੀ ਗੱਲ, ਬਹੁਤ ਵੱਡੀ, ਸਭ ਤੋਂ ਵੱਡੀ ਗੱਲ ਜਿਹਨੂੰ ਕਹਿੰਦੇ ਸਭ ਤੋਂ ਬੜੀ ਬਾਤ ਲਾਈ ਭਾਰਤ ਦੀ ਵੀ DPC ਇੱਕ ਪ੍ਰਾਈਸ ਕੰਟਰੋਲ ਕੀਤਾ ਗਿਆ ਦਵਾਈਆਂ ਦਾ। 472 ਦਵਾਈਆਂ ਦਾ ਪ੍ਰਾਈਸ ਕੰਟਰੋਲ ਕਰਕੇ ਇੱਕ ਕੀਤਾ ਗਿਆ। ਚਾਹੇ ਉਹ ਕੋਈ ਵੀ ਕੰਪਨੀ ਬਣਾਵੇ ਉਹਦਾ ਪ੍ਰਾਈਸ ਇੱਕ ਹੀ ਹੋਏਗਾ, ਚਾਹੇ ਉਹ ਸਿਪਲਾ ਬਣਾਵੇ, ਗਲੈਨਮਾਰਕੀ, ਮੈਂ ਦੁੱਗਲ ਜੀ ਸਹੀ ਕਹਿ ਰਿਹਾ, ਬਿਲਕੁਲ ਬਿਲਕੁਲ, ਕੋਈ ਵੀ ਕੰਪਨੀ ਛੋਟੀ ਵੱਡੀ ਬਣਾਵੇ ਉਹਦਾ ਫਿਕਸ ਪ੍ਰਾਈਸ ਹੋਏਗਾ। ਪਰ ਮਸਲਾ ਉਹੀ ਆ ਰਿਹਾ ਬਾਰ-ਬਾਰ ਵੀ ਉਹ ਜਿਹੜਾ ਭਰਮ ਪਾਇਆ ਗਿਆ, ਇੱਕ ਰਿਟੇਲਰ ਨੂੰ ਚੋਟ ਪਹੁੰਚਾਈ ਗਈ, ਇੱਕ ਬਾਰ-ਬਾਰ ਕੁਝ ਸ਼ਬਦਾਂ ਦਾ ਇਤਰਾਜ਼ਯੋਗ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਪਬਲਿਕਲੀ, ਉਹ ਬਹੁਤ ਇੱਕ ਮਾੜਾ ਪ੍ਰਭਾਵ ਗਿਆ। ਉਹ ਕੀ ਕਿਉਂ 10 ਰੁਪਏ ਦੀ ਚੀਜ਼ ਬਾਰ-ਬਾਰ, ਮੈਂ ਉਹੀ ਕਹਾਂਗਾ, ਇੱਕ ਬੋਲਣੀ ਟਿਊਬ ਨੂੰ ਬਾਰ-ਬਾਰ ਦਿਖਾ ਰਿਹਾ ਸੀ ਜੀ। ਸ਼ਾਇਦ ਉਸ ਬੰਦੇ ਨੂੰ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ। ਇੱਕ ਹੋਰ ਗੱਲ ਦੁੱਗਲ ਸਾਹਿਬ ਨੇ ਕਹੀ, ਮੈਨੂੰ ਨਹੀਂ ਪਤਾ ਵੀ ਉਹ ਫਾਰਮਾਸਿਸਟ ਹੈ ਜਾਂ ਨਹੀਂ ਹੈ। ਮੈਂ ਇਹ ਵੀ ਜਾਣਨਾ ਚਾਹਾਂ ਕਿ ਉਹ ਕੋਈ ਕੁਆਲੀਫਾਈਡ ਪਰਸਨ ਹੈ ਜਿਹੜਾ? ਪਤਾ ਨਹੀਂ ਜੀ, ਇਹ ਤਾਂ ਉਹਨੂੰ ਪਤਾ ਹੋਏਗਾ ਜੀ ਕਿ ਵੈਦਰ ਉਹ ਕੁਆਲੀਫਾਈਡ ਹੈਗਾ ਕਿ ਨਹੀਂ ਹੈਗਾ, ਜਾਂ ਉਹ ਉਸ ਦਵਾਖਾਨਾ ਦਾ ਪ੍ਰੋਪਰਾਈਟਰ ਹੈ, ਕੰਪੀਟੈਂਟ ਪਰਸਨ ਹੈ ਜਾਂ ਕੌਣ ਹੈ। ਇਹ ਤਾਂ ਬੈਸਟ ਤਰੀਕਾ ਉਹੀ ਹੀ ਜਾਣਦੇ ਨੇ। ਜਾਂ ਸਾਡਾ ਡਰੱਗ ਵਿਭਾਗ ਜਿਹੜਾ ਇੱਕ ਪਾਸੇ ਤਾਂ ਕਹਿੰਦੇ ਜੀ ਕਿ ਨਵੇਂ ਲਾਇਸੈਂਸ ਨਹੀਂ ਹੈ, ਔਰ ਉਸਨੂੰ ਲਾਇਸੈਂਸ ਕਿਵੇਂ ਮਿਲ ਗਿਆ ਹੈ ਔਰ ਕਿਵੇਂ ਉਹ ਦੁਕਾਨ ਪਹਿਲੇ ਕਿਹਦੇ ਨਾਲ ਦੀ ਸੀ ਔਰ ਕਿਵੇਂ ਸ਼ਿਫਟ ਹੋਈ ਹੈ, ਇਹ ਤਾਂ ਜ਼ਿਆਦਾ ਉਹਦੇ 'ਤੇ ਚਾਨਣਾ ਉਹੀ ਪਾ ਸਕਦਾ। ਮੈਂ ਫਿਰ ਗੱਲ ਤੇ ਆਪਣੀ ਦੇ ਉੱਤੇ ਫਿਰ ਦੁਬਾਰਾ ਹੋਇਆਗਾ ਕਿ ਕੇਂਦਰੀ ਸਰਕਾਰ ਜਿਹਨੇ ਕਿ 2017 ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਜਨ ਔਸ਼ਧੀ ਸਟੋਰ ਜਿਹੜੇ ਸੀ ਜੈਨਰਿਕ ਮੈਡੀਸਨ ਦੇ ਉਹਨੇ ਸਟਾਰਟ ਕੀਤੇ, ਔਰ ਅੱਜ ਜਿਹੜਾ ਮੇਰਾ ਕੈਮਿਸਟ ਵੀਰ ਵੀ ਹੈ, ਕੋਈ ਵੀ ਦੇਖੋ
ਜਦੋਂ ਜਨ ਔਸ਼ਧੀ ਸਟੋਰ ਸਟਾਰਟ ਹੋਏ ਸਾਰੇ ਕੈਮਿਸਟਾਂ ਨੇ, ਅਗਰ ਉਹਨਾਂ ਕੋਲ ਪ੍ਰੋਫਿਟ ਮਾਰਜਨ ਸੀ 40% ਸੀ ਜਾਂ 50% ਸੀ, ਉਹਦੇ ਵਿੱਚੋਂ 10% 15% ਅਪ ਟੂ 40% ਤੱਕ ਜਿਹੜਾ ਸੀ ਡਿਸਕਾਊਂਟ ਦੇਣੇ ਸਟਾਰਟ ਅਸੀਂ ਲੋਕਾਂ ਨੇ ਵੀ ਕਰ ਦਿੱਤਾ, ਕਿਉਂਕਿ ਆਪਣੀ ਦੁਕਾਨਦਾਰੀ ਹਰ ਬੰਦੇ ਨੇ ਚਲਾਣੀ ਹੁੰਦੀ ਹੈ। ਕਿਉਂਕਿ ਸਰਕਾਰੀ ਤੰਤਰ ਦੇ ਵਿੱਚ ਵੀ ਜਨ ਔਸ਼ਧੀ ਦਵਾਈਆਂ ਅਵੇਲੇਬਲ ਹੈ, ਮਾਰਕੀਟ ਦੇ ਵਿੱਚ ਵੀ ਹੈ। ਮੈਂ ਤਾਂ ਸਲੂਟ ਕਰਾਂਗਾ ਸਾਡੀ ਆਲ ਇੰਡੀਆ ਆਰਗੇਨਾਈਜੇਸ਼ਨ ਕੈਮਿਸਟ ਐਂਡ ਡਰੱਗਿਸਟ ਨੂੰ, ਪੰਜਾਬ ਕੈਮਿਸਟ ਐਸੋਸੀਏਸ਼ਨ ਨੂੰ, ਜਿੰਨੇ ਕਿ ਪਿਛਲੀ ਮੀਟਿੰਗ ਜਿਹੜੀ ਸਾਡੀ ਗੋਆ ਦੇ ਵਿੱਚ ਆਲ ਇੰਡੀਆ ਦੀ ਹੋਈ ਔਰ ਲੁਧਿਆਣੇ ਦੇ ਵਿੱਚ ਅਸੀਂ ਮੀਟਿੰਗ ਹੁਣ ਵੀ 9 ਮਾਰਚ ਨੂੰ ਲੁਧਿਆਣੇ ਦੇ ਵਿੱਚ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ 22 ਜ਼ਿਲ੍ਹਿਆਂ ਦੇ ਪ੍ਰਧਾਨ ਤੇ ਸੈਕਟਰੀ ਸੀ, ਔਰ ਅਸੀਂ ਆਪਣੇ ਪੰਜਾਬ ਦੇ ਸਿਹਤ ਮੰਤਰੀ ਨੂੰ, ਚੀਫ ਮਿਨਿਸਟਰ ਨੂੰ, ਈਵਨ ਸੈਂਟਰ ਦੇ ਜਿਹੜੇ ਸਾਡੇ ਮਿਨਿਸਟਰ ਨੇ ਉਹਨਾਂ ਨੂੰ ਵੀ, ਨਿਰਮਲਾ ਸੀਤਾਰਾਮ ਮੋਦੀ ਜੀ ਨੂੰ ਵੀ ਇਹ ਸਾਡੀ ਐਸੋਸੀਏਸ਼ਨ ਨੇ ਹੀ ਚਿੱਠੀ ਲਿਖੀ ਔਰ ਉਹਨਾਂ ਨੂੰ ਇਹ ਕਿਹਾ ਗਿਆ ਕਿ ਜਿੰਨੀਆਂ ਜੈਨਰਿਕ ਮੈਡੀਸਨ ਇਸ ਵੇਲੇ ਮਾਰਕੀਟ ਦੇ ਵਿੱਚ ਅਵੇਲੇਬਲ ਹੈ, ਸਾਡੇ ਕੈਮਿਸਟਾਂ ਦਾ ਮਾਰਜਨ ਉਹਦੇ ਉੱਤੇ ਫਿਕਸ ਕਰੋ। ਕੋਈ ਵੀ ਮੈਡੀਸਨ ਜਿਹੜੀ ਮਾਰਕੀਟ ਦੇ ਵਿੱਚ ਹੈ ਉਹ 30 ਤੋਂ 40% ਦੇ ਮੈਕਸਿਮਮ ਉਹਦੀ ਪਰਚੇਜ਼ ਔਰ ਉਹਦੀ ਕੰਪਨੀਆਂ ਤੋਂ ਪਰਚੇਜ਼ ਤੇ ਉਹਦੀ ਪੇਸ਼ੈਂਟ ਨੂੰ ਉਹਦੇ ਮਿਲਣ ਤੱਕ ਮੈਕਸਿਮਮ ਮਾਰਜਨ ਜਿਹੜਾ 40% ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਹੈ ਕਿ ਇੱਕ ਦਵਾਈ ਐਸੀ ਚੀਜ਼ ਹੈ ਜਿਹਦੇ ਉੱਤੇ ਕਿ ਮੈਨੂਫੈਕਚਰਿੰਗ ਡੇਟ ਪਈ ਹੁੰਦੀ ਹੈ, ਐਕਸਪਾਇਰੀ ਡੇਟ ਹੁੰਦੀ ਹੈ ਜਿਹੜੀ ਕਿ 1 ਸਾਲ ਵੀ ਹੋ ਸਕਦੀ ਹੈ, 2 ਸਾਲ ਵੀ ਹੋ ਸਕਦੀ ਹੈ, ਮੈਕਸਿਮਮ ਜਿਹੜੀ ਹੈ ਉਹ 3 ਸਾਲ ਦੀ ਹੁੰਦੀ ਹੈ। ਔਰ ਮੈਂ ਇਸ ਵੀਰ ਨੂੰ ਇਹ ਵੀ ਚੀਜ਼ ਦੱਸਣਾ ਚਾਹੁੰਦਾ ਹਾਂ ਔਰ ਤੁਹਾਡੇ ਪ੍ਰੈਸ ਦੇ ਮਾਧਿਅਮ ਦੇ ਵਿੱਚ 10 ਤੋਂ 15% ਦਵਾਈਆਂ ਜਿਹੜੀਆਂ ਐਕਸਪਾਇਰ ਵੀ ਹੋ ਜਾਂਦੀਆਂ ਹੈ ਕੰਪਨੀਆਂ ਦੀਆਂ, ਜਿਹਦੀ ਕਿ ਕੋਈ ਵੈਲਿਊ ਨਹੀਂ, ਉਹਦੀ ਅਮਾਊਂਟ ਵੀ ਜਿਹੜੀ ਹੈ ਅਗਰ ਸਾਡੇ ਇੱਕ ਰਿਟੇਲ ਕੈਮਿਸਟ ਨੂੰ ਨੁਕਸਾਨ ਜਿਹੜਾ ਕਈ ਤਰ੍ਹਾਂ ਦਾ ਝੱਲਣਾ ਪੈਂਦਾ। ਸਾਨੂੰ ਐਜ਼ ਏ ਐਸੋਸੀਏਸ਼ਨ, ਪੰਜਾਬ ਕੈਮਿਸਟ ਐਸੋਸੀਏਸ਼ਨ ਜਾਂ ਆਲ ਇੰਡੀਆ ਨੂੰ ਕੰਪਨੀਆਂ ਦੇ ਨਾਲ ਫਾਈਟ ਵੀ ਕਰਨਾ ਪੈਂਦਾ, ਪਰ ਅਸੀਂ ਜਿੰਨੇ ਵੀ ਕੈਮਿਸਟ ਹਾਂ ਪੰਜਾਬ ਦੇ ਵਿੱਚ ਅਸੀਂ 25,000 ਹਾਂ। ਅਸੀਂ ਪ੍ਰੋਡਕਟ ਜਿਹੜਾ ਡਾਕਟਰ ਦੀ ਇੱਕ ਪ੍ਰਸਕ੍ਰਿਪਸ਼ਨ ਆਉਂਦੀ ਹੈ ਔਰ ਪ੍ਰਸਕ੍ਰਿਪਸ਼ਨ ਦੇ ਉੱਤੇ ਹੀ ਦਵਾਈ ਜਿਹੜੀ ਹੈ ਅਸੀਂ ਵੇਚਦੇ ਹਾਂ, ਜਿਹੜੀਆਂ ਕਿ ਬ੍ਰਾਂਡਡ ਮੈਡੀਸਨਸ ਨੇ। ਔਰ ਕਿਆ ਕੋਈ ਅਗਰ ਕਸਟਮਰ ਆਂਦਾ ਹੈ, ਮੈਂ ਇਸ ਵੀਰ ਨੂੰ ਵੀ ਪੁੱਛਾਂਗਾ ਕਿ ਅਗਰ ਤੈਨੂੰ ਕਿਸੇ ਐਮਰਜੈਂਸੀ ਦਵਾਈ ਦੀ ਜ਼ਰੂਰਤ ਹੈ ਔਰ ਹਾਰਟ ਦੀ ਦਵਾਈ ਜਾਂ ਕਿਸੇ ਐਸੀ ਐਮਰਜੈਂਸੀ ਮੈਡੀਸਨ ਦੀ ਤੈਨੂੰ ਜ਼ਰੂਰਤ ਹੈ, ਤੂੰ ਕੈਮਿਸਟ ਤੇ ਜਾਏਗਾ, ਕਿਆ ਜੈਨਰਿਕ ਮੈਡੀਸਨ ਪਰਚੇਜ਼ ਕਰੇਗਾ ਉਸ ਵੇਲੇ ਜਦੋਂ ਤੈਨੂੰ ਕਿ ਐਮਰਜੈਂਸੀ ਦੀ ਜ਼ਰੂਰਤ ਹੋਏਗੀ? ਨਹੀਂ, ਡਾਕਟਰ ਨੇ ਜਿਹੜੀ ਤੈਨੂੰ ਮੈਡੀਸਨ ਦੀ ਲਿਖੀ ਹੈ, ਪ੍ਰਸਕ੍ਰਾਈਬ ਕੀਤੀ ਹੈ, ਤੂੰ ਉਹੀ ਹੱਟ ਕਰੇਗਾ। ਚਾਹੇ ਤੈਨੂੰ ਮੇਰਾ ਰਿਟੇਲਰ ਵੀਰ ਬੜੀ ਵਾਰ ਕਵੇ ਕਿ ਇਹ 400 ਰੁਪਏ ਦੀ ਦਵਾਈ ਹੈ ਔਰ ਜੈਨਰਿਕ ਦਵਾਈ 100 ਰੁਪਏ ਦੀ ਅਵੇਲੇਬਲ ਹੈ, ਬਟ ਯੂ ਵਿਲ ਨੈਵਰ ਪਰਚੇਜ਼ ਆਫ 100 ਰੁਪੀਜ਼, ਤੇਰੀ ਪ੍ਰੈਫਰੈਂਸ 400 ਰੁਪਏ ਦੀ ਹੀ ਰਹੇਗੀ। ਇੱਕ ਬਹੁਤ ਵੱਡੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ ਦਵਾਈਆਂ ਦੇ ਵਿੱਚ 2 ਤਰ੍ਹਾਂ ਦੀ ਦਵਾਈਆਂ ਚੱਲ ਰਹੀਆਂ, ਇੱਕ ਜੈਨਰਿਕ, ਇੱਕ ਐਥੀਕਲ। ਕੀ ਹੈ ਐਥੀਕਲ? ਮੈਡੀਕਲ ਸਟੋਰਾਂ ਦਾ ਕੀ ਪੈਟਰਨ ਹੈ, ਕਿਸ ਤਰ੍ਹਾਂ ਉਹ ਕੰਮ ਕਰਦਾ ਹੈ? ਉਹ ਡਾਕਟਰ ਦੀ ਇੱਕ ਪ੍ਰਸਕ੍ਰਿਪਸ਼ਨ ਤੇ ਦਵਾਈ ਦਿੰਦਾ ਹੈ, ਜਦ ਕਿ ਉਹ ਦਵਾਈ ਲੈਣ ਵਾਲਾ ਹਮੇਸ਼ਾ ਕਹਿੰਦਾ ਵੀ ਜੋ ਲਿਖਿਆ ਮੈਨੂੰ ਉਹ ਦਿਓ। ਕੀ ਉਹ ਜਿਹੜੀਆਂ ਲਿਖੀਆਂ ਦਵਾਈਆਂ ਦੇ ਵਿੱਚ ਵੀ ਇੰਨਾ ਮਾਰਜਨ ਹੋ ਸਕਦਾ ਹੈ? ਉਹ ਐਥੀਕਲ ਰੂਪ ਦੇ ਵਿੱਚ ਜੋ ਤੁਸੀਂ ਮੈਨੂੰ ਦੱਸਿਆ ਵੀ 18 ਤੋਂ 15% ਜਾਂ 18 ਤੋਂ 22% ਹੀ ਮਾਰਜਨ ਹੈ ਜੋ ਤੁਸੀਂ ਦੱਸ ਰਹੇ ਨੇ, ਪਰ ਉਹ ਜਿਹੜੀ ਇੱਕ ਦਵਾਈ, ਜਿਸ ਤਰ੍ਹਾਂ ਇਹਦੇ ਨਾਲ ਇੱਕ ਗੱਲ ਹੋਰ ਜੋੜ ਦੇਣਾ ਵੀ ਜਿਸ ਤਰ੍ਹਾਂ ਦਾ ਪੈਟਰਨ ਦੀ ਗੱਲ ਕੀਤੀ ਉਸ ਸਰਦਾਰ ਜੀ ਨੇ, ਇਸ ਤਰ੍ਹਾਂ ਦਾ ਪੈਟਰਨ ਆਲਰੇਡੀ ਕੁਝ ਸਸਤੀਆਂ ਦਵਾਈਆਂ ਦਾ ਪੈਟਰਨ ਮੋਦੀ ਸਾਹਿਬ ਵੱਲੋਂ ਚਲਾਇਆ ਗਿਆ, ਜੋ ਉਹਨਾਂ ਨੇ ਮੈਨੂੰ ਦੱਸਿਆ ਜਨ ਔਸ਼ਧੀ ਦੇ ਤੌਰ ਦੇ ਉੱਤੇ। ਉਹ ਜਨ ਔਸ਼ਧੀ ਜਿਹੜੀਆਂ ਦਵਾਈਆਂ ਆਲਰੇਡੀ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਵੀ ਇਹੋ ਕੁਛ ਹੈ, ਕੁਝ ਸਸਤੀਆਂ ਦਵਾਈਆਂ ਨੇ, ਪਰ ਕੀ ਉਹ ਡਾਕਟਰ ਦੀ ਪ੍ਰਸਕ੍ਰਿਪਸ਼ਨ ਜਿਹੜੀ ਉਹ ਉਹਨਾਂ ਤੇ ਲਾਗੂ ਹੁੰਦੀ ਹੈ? ਕੀ ਡਾਕਟਰ ਉਹ ਦਵਾਈਆਂ ਲਿਖਦੇ ਨੇ? ਇੱਕ ਇਹ ਬਹੁਤ ਵੱਡੀ ਇੱਕ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਹੈ ਜਿਹੜੀ ਆਮ ਜਨਤਾ ਨੂੰ ਵੀ ਚੁੱਭਦੀ ਹੈ ਵੀ ਜੋ ਇੱਕ ਬਾਰ-ਬਾਰ ਦੱਸੀ ਜਾ ਰਿਹਾ ਵੀ ਸਸਤੀਆਂ ਦਵਾਈਆਂ ਜੀ, ਇਹ ਜੀ ਇਹਨਾਂ ਮੈਡੀਕਲ ਸਟੋਰਾਂ ਨੇ ਇਹ ਕਰ ਦਿੱਤਾ ਜੀ, ਮੈਡੀਕਲ ਸਟੋਰਾਂ ਨੇ ਉਹ ਕਰ ਦਿੱਤਾ। ਇਹਦੇ ਵਿੱਚ ਇੱਕ ਸਪਸ਼ਟੀਕਰਨ ਮੈਂ ਉਹ ਬਾਰ-ਬਾਰ ਮੇਰੇ ਧਿਆਨ ਦੇ ਵਿੱਚ ਇੱਕ ਆਮ ਜਨਤਾ ਦਾ ਸਵਾਲ ਆਉਂਦਾ ਹੈ ਵੀ ਉਸ ਕਨਫਿਊਜ਼ਨ ਨੂੰ ਆਪਾਂ ਕਿਸ ਤਰ੍ਹਾਂ ਦੂਰ ਕਰੀਏ। ਤੁਸੀਂ ਤੇ ਦੱਸ ਦਿੱਤਾ ਇੱਕ ਮੈਡੀਸਿਨ ਜਿਹੜੀ ਐਥੀਕਲ ਮੈਡੀਸਨ ਬਾਰੇ ਮੈਂ ਚਾਹਾਂਗਾ ਵੀ ਕੀ ਐਥੀਕਲ ਮੈਡੀਸਨ ਕੋਈ ਹੈ ਤੁਹਾਡੇ ਕੋਲ? ਮੈਨੂੰ ਇੱਕ ਦੀ ਦਿਖਾਓ ਦਵਾਈ। ਮੈਂ ਜ਼ਰੂਰ ਆਵਾਂਗਾ ਜੀ, ਐਥੀਕਲ ਮੈਡੀਸਨ ਤੇ ਵੀ ਆਵਾਂਗਾ ਔਰ ਜਿਹੜੇ ਪਾਰਟਿਕੂਲਰ ਦਵਾਈਆਂ ਦਾ ਉਹਨੇ ਜ਼ਿਕਰ ਕੀਤਾ ਹੈ ਜ਼ਰੂਰ, ਕਿਉਂਕਿ ਉਸ ਤੋਂ ਪਹਿਲੇ ਮੈਂ ਫਿਰ ਵੀ ਤੁਹਾਨੂੰ ਕਹਿ ਚੁੱਕਾ, ਹੁਣ ਫਿਰ ਮੈਂ ਕਹਿ ਰਿਹਾ ਕਿ ਘੱਟ ਤੋਂ ਘੱਟ ਜਿਹੜੀ ਇਹਦੀ ਬੈਕਗਰਾਉਂਡ ਹੈ ਸਾਰੀ ਚੀਜ਼ ਪਤਾ ਲੱਗਣੀ ਚਾਹੀਦੀ ਹੈ। ਜਨ ਔਸ਼ਧੀ ਮੇਰਾ ਖਿਆਲ ਹੈ ਲੋਕਾਂ ਨੂੰ ਨਹੀਂ ਪਤਾ, ਔਰ ਕਿਵੇਂ DPCO ਹੈ ਲੋਕਾਂ ਨੂੰ ਨਹੀਂ ਪਤਾ, ਜੇ ਕਿਵੇਂ NPPA ਰੇਟ ਕੌਣ ਫਿਕਸ ਕਰਦਾ ਲੋਕਾਂ ਨੂੰ ਨਹੀਂ ਪਤਾ। ਇਹ ਸਾਰੀ ਮੈਂ ਜਾਣਕਾਰੀ ਤੁਹਾਡੇ ਧਿਆਨ 'ਚ ਲਿਆਉਣਾ ਚਾਹਾਂਗਾ। ਮੈਂ ਉਹਦੇ ਉੱਤੇ ਵੀ ਜ਼ਰੂਰ ਆਵਾਂਗਾ, ਮੈਂ ਤੁਹਾਡੇ ਹਰ ਗੱਲ ਦਾ ਜਾਂ ਉਹਨਾਂ ਨੇ ਜਿਹੜੇ ਸਵਾਲ ਉਠਾਏ ਨੇ ਉਹਦੇ 'ਤੇ ਵੀ ਜ਼ਰੂਰ ਦਿਆਂਗਾ।
ਇਸ ਵੇਲੇ ਪੰਜਾਬ ਦੇ ਕੋਨੇ ਦੇ ਵਿੱਚ ਮੇਰੇ ਕੈਮਿਸਟ ਜਿਹੜੇ ਨੇ ਮੇਰੇ ਵੀਰ ਦਵਾਈਆਂ ਸਪਲਾਈ ਕਰਦੇ ਨੇ। ਮੇਰਾ ਖਿਆਲ ਹੈ ਕਿ ਕੋਈ ਸਰਕਾਰੀ ਤੰਤਰ ਸਰਕਾਰੀ ਹਸਪਤਾਲ ਜਿਹੜਾ ਜਾਂ ਤਾਂ ਦੇਸ਼ ਦੇ ਪੰਜਾਬ ਦੇ ਕੋਨੇ ਦੇ ਵਿੱਚ ਐਗਜ਼ਿਸਟ ਨਹੀਂ ਕਰਦਾ, ਜੇ ਅਗਰ ਐਗਜ਼ਿਸਟ ਕਰਦਾ ਹੈ ਤੇ ਦੁਪਹਿਰੇ ਡਾਕਟਰ 1 ਵਜੇ ਉਹਨੂੰ ਤਾਲਾ ਲਾ ਕੇ ਚਲਾ ਜਾਂਦਾ ਹੈ। ਇਹ ਮੇਰਾ ਕੈਮਿਸਟ ਵੀਰ ਹੀ ਹੈ ਜਿਹੜਾ ਕਿ ਦਵਾਈ ਜਿਹੜੀ ਹੈ ਉਹ ਇੱਕ ਪੂਅਰ ਪੇਸ਼ੈਂਟ ਤੱਕ ਅਗਰ ਰਾਤੀ 7 ਵਜੇ ਵੀ ਰਾਤੀ 10 ਵਜੇ ਵੀ ਉਹਦੀ ਦੁਕਾਨ ਦੇ ਉੱਤੇ ਆ ਜਾਂਦਾ 30-40 ਰੁਪਏ ਦੇ ਵਿੱਚ 2 ਦਿਨ ਦੀ ਦਵਾਈ ਉਹ ਉਹਨੂੰ ਜ਼ਰੂਰ ਦਿੰਦਾ ਹੈ। ਉਹ ਕੀ ਕਰਦਾ ਹੈ ਉਸ ਵੇਲੇ ਉਹ ਜੈਨਰਿਕ ਮੈਡੀਸਨ ਜਿਹੜੀ ਹੈ ਉੱਥੇ ਗੱਲ ਉਹਦੀ ਆਉਂਦੀ ਹੈ ਜਿਹੜੇ ਮੈਂ ਤੁਹਾਡੇ ਨਾਲ ਬਾਅਦ ਦੇ ਵਿੱਚ ਫੇਰ ਕਰਾਂਗਾ। ਪਰ ਇੱਕ ਗੱਲ ਮੈਂ ਫੇਰ ਇੱਥੇ ਕਰਨਾ, ਡਰੱਗ ਐਂਡ ਕਾਸਮੈਟਿਕ ਐਕਟ ਜਾਂ IMA ਦਾ ਜਿਹੜਾ ਸਿਧਾਂਤ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਅੱਜ ਤੱਕ ਦਾ ਕੀ ਹੈ, ਡਾਕਟਰ ਦੀ ਪ੍ਰਸਕ੍ਰਿਪਸ਼ਨ ਕੈਮਿਸਟ ਸਬਸਟੀਟਿਊਟ ਨਹੀਂ ਕਰ ਸਕਦਾ। ਜੋ ਡਾਕਟਰ ਨੇ ਲਿਖਿਆ ਹੀ ਨੋਜ਼ ਇਟ ਕਿ ਇਸ ਪੇਸ਼ੈਂਟ ਅਗਰ ਮੇਰੇ ਕੋ ਹਾਰਦਾ ਹੈ ਉਹਨੂੰ ਕਿਹੜਾ ਕੰਬੀਨੇਸ਼ਨ ਆਫ ਡਰੱਗ ਜਿਹੜਾ ਕਿ ਮੈਂ ਦੇਣਾ ਹੈ, ਉਹਦੇ ਵਿੱਚ ਕੈਮਿਸਟ ਆਪਣੀ ਮਰਜ਼ੀ ਨਾਲ ਕੋਈ ਦਵਾਈ ਨਹੀਂ ਦੇ ਸਕਦਾ। ਜੋ ਡਾਕਟਰ ਲਿਖੇਗਾ ਉਹੀ ਇੱਕ ਮੈਡੀਕਲ ਸਟੋਰ ਵਾਲਾ ਦੇਗਾ। ਮਸਲਾ ਫਿਰ ਉਹੀ ਬਾਰ-ਬਾਰ ਮੇਰੀ ਗੱਲ ਦੇ ਸਿੱਧੀ ਉੱਥੇ ਹੀ ਜਾਂਦੀ ਵੀ ਜਨਤਾ ਕੀ ਚਾਹੁੰਦੀ, ਜਨਤਾ ਕੀ ਸੁਣਨਾ ਚਾਹੁੰਦੀ। ਜਨਤਾ ਚਾਹੁੰਦੀ ਵੀ ਉਹ ਦਵਾਈਆਂ ਬਾਰੇ ਦੱਸਿਆ ਜਾਵੇ ਵੀ ਕੀ ਉਹ ਕਿਉਂ ਬਾਰ-ਬਾਰ ਉਹ 8-10 ਦੀ ਗੇਮ ਜਿਹੜੀ ਘੁੰਮੀ ਜਾ ਰਹੀ ਹੈ 3200 ਦੀ ਮੈਂ ਗੇਮ। ਸੁਦੇਵ ਜੀ ਫਿਰ ਕੇ ਮੈਂ ਉੱਥੇ ਜ਼ਰੂਰ ਆਵਾਂਗਾ, ਤੁਹਾਡੀ ਹਰ ਗੱਲ ਦਾ ਜਵਾਬ ਦੇਵਾਂਗਾ। ਪਰ ਮੈਂ ਫਿਰ ਕਰਾਂਗਾ ਅਗਰ ਉਸ ਮੇਰੇ ਵੀਰ ਨੇ ਵਾਕਿਆ ਹੀ ਸੇਵਾ ਕਰਨੀ ਹੈ। ਲੁਧਿਆਣੇ ਦੇ ਵਿੱਚ ਇੱਕ ਮੇਰਾ ਵੀਰ ਹੈ ਅਨਮੋਲ ਕੁਆਤਰਾ, ਬਿਲਕੁਲ ਸੇਵਾ ਕਰਨੀ ਉਹਦੇ ਤੋਂ ਸਿੱਖੇ। ਸੇਵਾ ਕਰਨੀ ਹੈ ਤੇ ਦਵਾਈਆਂ ਵਾਲਿਆਂ ਤੋਂ ਦੇਖ ਕੇ ਸਿੱਖੋ। ਮੈਂ ਆਪ NGO ਚਲਾਨਾ ਹਾਂ, ਦਵਾਈਆਂ ਫ੍ਰੀ ਦੇਈਦੀਆਂ ਔਰ ਇਸ ਕੋਵਿਡ ਪੀਰੀਅਡ ਦੇ ਵਿੱਚ ਜਿੰਨੀ ਦਵਾਈ ਅਸੀਂ ਕੈਮਿਸਟਾਂ ਨੇ ਫ੍ਰੀ ਪੂਅਰ ਬੰਦਿਆਂ ਨੂੰ ਦਿੱਤੀ ਹੈ, ਮੇਰਾ ਖਿਆਲ ਹੈ ਸ਼ਾਇਦ ਸਰਕਾਰ ਨੇ ਵੀ ਉਹਨੀ ਦਵਾਈ ਜਿਹੜੀ ਹੈ ਆਲ ਇੰਡੀਆ ਬੇਸਿਸ ਦੇ ਉੱਤੇ ਪੰਜਾਬ ਬੇਸਿਸ ਦੇ ਉੱਤੇ ਨਹੀਂ ਦਿੱਤੀ। ਅਪਾਰਟ ਫਰੋਮ ਦਵਾਈ ਫ੍ਰੀ ਦੇਣੀ, ਲੰਗਰ ਲਗਾਉਂਦੇ ਆ ਸਾਡੇ ਦਵਾਈਆਂ ਵਾਲੇ, ਬਲੱਡ ਡੋਨੇਸ਼ਨ ਕੈਂਪ ਲਾਉਂਦੇ ਆ ਅਸੀਂ ਦਵਾਈਆਂ ਵਾਲੇ, ਨਾ ਕਿ ਕਿਸੇ ਕੋਲ ਪੈਸਾ ਨਹੀਂ ਲੈਂਦੇ। ਇਹ ਫਿਰ ਵੀ ਦਵਾਈ ਲੈ ਕੇ ਪੈਸੇ ਦੇ ਉੱਤੇ ਜਿੰਨੇ ਦੀ ਪਰਚੇਜ਼ ਕੀਤੀ ਹੈ ਉਹਨੇ ਦੀ ਦਵਾਈ ਦੇ ਰਿਹਾ, ਪਰ ਅਸੀਂ ਕਈ ਵਾਰੀ ਦਵਾਈ ਪੂਅਰ ਪੇਸ਼ੈਂਟ ਆ ਜਾਂਦਾ ਉਹਨੂੰ ਫ੍ਰੀ ਦਿੰਦੇ ਆ, ਉਹਦੇ ਕੋਲੋਂ ਪੈਸਾ ਨਹੀਂ ਲੈਂਦੇ। ਮੈਂ ਫਿਰ ਗੱਲ ਕਰਾਂਗਾ ਮੇਰੇ ਵੀਰ ਜੀ, ਤੁਸੀਂ ਗੱਲ ਕੀਤੀ ਸੀ ਸਾਡਾ ਕੈਮਿਸਟ ਇੱਕ ਵੀਰ ਹੈ ਜਿਹੜਾ ਕਿ ਸਵੇਰੇ 6 ਵਜੇ ਆਪਣੀ ਦੁਕਾਨ ਖੋਲ੍ਹਦਾ ਹੈ, ਰਾਤੀ 11 ਵਜੇ ਕੈਮਿਸਟ ਆਪਣੀ ਦੁਕਾਨ ਬੰਦ ਕਰਦਾ ਹੈ। ਕਿਹੜਾ ਵਿਵਸਾय ਐਸਾ ਹੈ ਜਿਹੜਾ ਕਿ ਇੰਨੀ ਲੋਕਾਂ ਦੀ ਸੇਵਾ ਕਰਦਾ ਹੈ? ਕੋਈ ਟਾਈਮ ਸੀ ਐਸਾ ਡਾਕਟਰ ਤੋਂ ਬਾਅਦ ਇੱਕ ਮੇਰੇ ਕੈਮਿਸਟ ਵੀਰ ਨੂੰ ਛੋਟਾ ਡਾਕਟਰ ਕਹਿ ਕੇ ਬੁਲਾਇਆ ਜਾਂਦਾ ਸੀ, ਪਰ ਅੱਜ ਇਸ ਵੀਰ ਨੇ ਸਾਡੇ ਕੈਮਿਸਟ ਭਰਾਵਾਂ ਨੂੰ ਚੋਰ ਕਰਕੇ ਕਿਹਾ, ਜਿਹੜੀ ਕਿ ਵਾਕਈ ਉਹਨੇ ਸਾਡੇ ਉੱਤੇ ਠੇਸ ਪਹੁੰਚਾਈ ਹੈ। ਮੈਂ ਗੱਲ ਜ਼ਰੂਰ ਕਰਾਂਗਾ, ਜਿਸ ਤਰ੍ਹਾਂ ਕਿ ਮੈਂ ਪਹਿਲੇ ਤੁਹਾਨੂੰ ਦੱਸਿਆ ਕਿ ਇਹ ਟੋਟਲ ਸਟਰਕਚਰ ਹੈ, ਦਵਾਈ ਦੀ ਕਾਸਟ ਹੈ, ਐਕਸਾਈਜ਼ ਡਿਊਟੀ, GST, ਕੈਰੀਡ ਐਂਡ ਫਾਰਮਨ ਏਜੰਟ ਜਿਹੜੇ ਬਣੇ ਨੇ, ਡਿਸਟਰੀਬਿਊਟਰ ਬਣੇ ਨੇ, ਹੋਲਸੇਲਰ ਨੇ, ਰਿਟੇਲਰ ਨੇ, ਹੋਲਸੇਲ ਦਾ 10% ਮਾਰਜਨ, ਰਿਟੇਲਰ ਦਾ 18 ਤੋਂ 22% ਮਾਰਜਨ। ਅਸੀਂ ਸਟਾਫ ਰੱਖਿਆ ਹੈ, ਇਲੈਕਟ੍ਰਿਕ ਕੰਪੀਟੈਂਟ ਪਰਸਨ, ਇਨਕਮ ਟੈਕਸ, ਸੇਲ ਟੈਕਸ, ਡਰੱਗ ਦੀ ਰੀਨਿਊਅਲ ਕਰਾਣੀ ਹੈ। ਪਰ ਅੱਜ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਗੌਰਮੈਂਟ ਅਗਰ ਆਪਣਾ ਸਿਸਟਮ ਬਦਲ ਲੈਂਦੀ ਹੈ, ਸਾਡੇ ਕੋਈ ਵੀ ਜੈਨਰਿਕ ਮੈਡੀਸਨ, ਇਹ ਮੈਂ ਫਿਰ ਤੁਹਾਡੀ ਇੱਕ ਨਜ਼ਰ 'ਚ ਲਿਆਵਾਂਗਾ, ਜਿਹੜੀ ਸਾਡੀ ਪਿਛਲੀ ਮੀਟਿੰਗ ਹੋਈ ਅਸੀਂ ਕੇਂਦਰੀ ਸਰਕਾਰ ਤੇ ਪੰਜਾਬ ਸਰਕਾਰ ਨੂੰ ਰਿਕੁਐਸਟ ਕੀਤੀ ਕਿ ਅਸੀਂ 20 ਜਨ ਔਸ਼ਧੀ ਜਿਹੜੀਆਂ ਮੈਡੀਸਨ ਆ ਆਪਣੇ 25,000 ਕੈਮਿਸਟਾਂ ਤੇ ਵੱਖਰਾ ਸ਼ੈਲਫ ਰੱਖ ਕੇ ਅਸੀਂ ਵੇਚਣਾ ਚਾਹੁੰਦੇ ਹਾਂ, ਸਾਨੂੰ ਪਰਮਿਸ਼ਨ ਦਿੱਤੀ ਜਾਵੇ। ਸਾਨੂੰ ਇਹ ਜਿੰਨੀਆਂ ਜਨ ਔਸ਼ਧੀਆਂ ਸ਼ਾਪਸ ਜਿਹੜੀਆਂ ਤੁਹਾਡੇ ਕੋਲ ਪ੍ਰੋਡਕਟ ਅਵੇਲੇਬਲ ਨੇ, ਸਾਨੂੰ ਵੀ ਵੇਚਣ ਦੀ ਆਗਿਆ ਦਿੱਤੀ ਜਾਵੇ। ਅਸੀਂ ਆਪਣੀ ਦੁਕਾਨਾਂ ਦੇ ਉੱਪਰ ਇੱਕ ਵੱਖਰਾ ਸ਼ੈਲਫ ਬਣਾ ਕੇ ਉੱਥੇ ਰੱਖੀਏ, ਉੱਥੇ ਦਵਾਈਆਂ ਰੱਖੀਏ, ਮਰੀਜ਼ ਨੂੰ ਕਹੀਏ ਲੈਣਾ ਜਾਂ ਨਾ ਲੈਣਾ ਉਹਦੇ ਉੱਤੇ ਟੋਟਲੀ ਡਿਪੈਂਡ ਕਰਦਾ। ਮੈਂ ਇਨਫਰਾਰੈਡ ਦੀ ਗੱਲ ਕੀਤੀ, 9-9 ਹਜ਼ਾਰ ਰੁਪਏ ਦਾ ਪਹਿਲੇ ਵਿਕਿਆ ਕਿਉਂਕਿ ਅਵੇਲੇਬਲ ਨਹੀਂ ਸੀ। ਅੱਜ ਉਹੀ ਜਿਹੜਾ ਇਨਫਰਾਰੈਡ ਥਰਮਾਮੀਟਰ ਹੈ ਮੇਰਾ ਖਿਆਲ ਹੈ 1700-1800 ਰੁਪਏ ਦਾ ਮਾਰਕੀਟ ਦੇ ਵਿੱਚ ਅਵੇਲੇਬਲ ਹੈ। ਮੈਂ ਫਿਰ ਗੱਲ ਕਰਾਂਗਾ ਕਿ ਸਾਡੇ 23 ਤਰੀਕ ਨੂੰ ਜਦੋਂ ਕਰੋਨਾ ਦਾ ਐਮਰਜੈਂਸੀ ਸਾਡੇ ਉੱਤੇ ਇੰਡੀਆ ਦੇ ਵਿੱਚ ਲੱਗੀ, ਜਦੋਂ ਦਾ ਸਾਡੀ ਸੈਂਟਰ ਗਵਰਨਮੈਂਟ ਨੇ ਲੋਕਡਾਊਨ ਲਾਇਆ, ਮੇਰੇ ਕੈਮਿਸਟ ਵੀਰ ਹੀ ਸੀ ਪੰਜਾਬ ਦੇ, ਉਹਨਾਂ ਨੇ ਹਰ ਜਗ੍ਹਾ ਤੇ ਅਸੀਂ ਆਪਣੀਆਂ ਦੁਕਾਨਾਂ ਖੋਲ੍ਹੀਆਂ ਔਰ ਜਿਹੜੀ ਮੇਰੇ ਕੋਲ ਅੱਜ ਦੀ ਰਿਪੋਰਟ ਹੈ, ਅਸੀਂ 1 ਮਹੀਨੇ ਦੇ ਵਿੱਚ 7.5 ਲੱਖ ਤੋਂ ਉੱਪਰ ਪ੍ਰਸਕ੍ਰਿਪਸ਼ਨ ਜਿਹੜੀਆਂ ਸੀ ਅਸੀਂ ਕੈਮਿਸਟਾਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਐਮਰਜੈਂਸੀ ਦਵਾਈਆਂ ਅਸੀਂ ਸਪਲਾਈ ਕੀਤੀਆਂ। ਆਈ ਰੀਅਲੀ ਸੈਲੂਟ ਟੂ ਆਲ ਦਾ 8.5 ਲੱਖ ਕੈਮਿਸਟ ਹਿੰਦੁਸਤਾਨ ਦਾ, 25,000 ਕੈਮਿਸਟ, ਉਹਨਾਂ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ।
ਕਿ ਮੇਰੇ ਸਾਹਮਣੇ ਜਿਹੜਾ ਕਸਟਮਰ ਹੈ ਜਿਹਦੇ ਮੈਂ ਘਰ ਜਾ ਰਿਹਾ ਉਹ ਦਵਾਈ ਦੇਣ ਜਾ ਰਿਹਾ, ਕਿਸ ਟਾਈਪ ਦੀ ਦੇਣ, ਉਹ ਕਿਹਾ ਵਾਕਈ ਸਾਹਮਣੇ ਮੇਰੇ ਜਿਹੜਾ ਬੰਦਾ ਜਿਹਨੂੰ ਮੈਂ ਦਵਾਈ ਦੇ ਰਿਹਾ ਉਹ ਕਰੋਨਾ ਦਾ ਤਾਂ ਨਹੀਂ ਹੈ। ਔਰ ਸਾਡੇ ਕਈ ਕੈਮਿਸਟ ਵੀਰ ਅੱਜ ਪੰਜਾਬ ਦੇ ਵਿੱਚ ਕਰੋਨਾ ਨਾਲ ਸਫਰ ਹੋਏ ਨੇ, ਕਿਸੇ ਨੂੰ ਇਸ ਮੇਰੇ ਵੀਰ ਨੂੰ ਉਹਨਾਂ ਦੀ ਫਿਕਰ ਨਹੀਂ ਹੈ। ਅਸੀਂ ਸੇਵਾ ਵਾਕਈ ਹੀ ਜੇ ਅਗਰ ਸੇਵਾ ਕੀਤੀ ਹੈ ਉਹ ਕੈਮਿਸਟਾਂ ਨੇ ਹੀ ਕੀਤੀ ਹੈ, ਨਾ ਕਿ ਮੇਰੇ ਇਸ ਵੀਰ ਨੇ ਹੀ ਕੱਲਿਆਂ ਜਿਹੜੀ ਓਮਨੀ ਜੈਲ ਹੈ 34 ਰੁਪਏ ਦੀ ਦੇ ਕੇ ਕੀਤੀ ਹੈ। ਮੈਂ ਰਿਕੁਐਸਟ ਕਰਦਾ ਹਾਂ, ਅਗਰ ਸਰਕਾਰ ਦੇ ਅੱਗੇ, ਸਭ ਤੋਂ ਪਹਿਲੇ ਤਾਂ ਮੈਂ ਸਰਕਾਰ ਦੇ ਅੱਗੇ ਰਿਕੁਐਸਟ ਕਰਦਾ ਹਾਂ ਕਿ ਆਪਣੀ ਪਾਲਿਸੀ ਨੂੰ ਪ੍ਰੋਪਰ ਜਿਹੜੀ ਹੈ ਚੇਂਜ ਕੀਤਾ ਜਾਵੇ ਔਰ ਇਸ ਪਰਟੀਕੂਲਰ ਸ਼ਾਪ ਦਾ ਜਾਂ ਹੋਰ ਵੀ ਕੋਈ ਜਿਹੜਾ ਇਹੋ ਜਿਹਾ ਕੋਈ ਕਲੇਮ ਕਰਦਾ ਹੈ ਉਹਦੀ ਅਥੈਂਟਿਸਿਟੀ ਜਿਹੜੀ ਹੈ ਦੇਖੀ ਜਾਵੇ ਕਿ ਕੀ ਹੈ, ਔਰ ਇੱਕ ਗਿਆਨੀ ਬਣ ਕੇ ਆਪਣੀ ਪੂਰੀ ਗੱਲ ਜਿਹੜੀ ਹੈ ਲੋਕਾਂ ਤੱਕ ਪਹੁੰਚਾਈ ਜਾਵੇ, ਨਾ ਕਿ ਅਗਿਆਨੀ ਤੱਕ। ਜਾਗਰੂਕ ਕਰਨਾ ਤੁਹਾਡਾ ਫਰਜ਼ ਹੈ, ਸਾਡਾ ਫਰਜ਼ ਵੀ ਹੈ। ਜਾਗਰੂਕ ਕਰਾਂਗੇ। ਕੈਮਿਸਟ ਨੂੰ ਛੋਟਾ ਡਾਕਟਰ ਕਹਿ ਕੇ ਬੁਲਾਇਆ ਜਾਂਦਾ ਸੀ ਔਰ ਉਹਨੂੰ ਇੱਜ਼ਤ ਜਿਹੜੀ ਹੈ ਉਹੀ ਦਿੱਤੀ ਜਾਏਗੀ। ਕੈਮਿਸਟ ਸਰਕਾਰ ਦੇ ਨਾਲ ਹੈ, ਲੋਕਾਂ ਦੇ ਨਾਲ ਹੈ, ਸੇਵਾ ਕਰਦੇ ਸੀ ਔਰ ਸੇਵਾ ਕਰਦੇ ਰਵਾਂਗੇ। ਇਹੀ ਸਾਡਾ ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਸਲੋਗਨ। ਲਾਈਵ ਭਾਰਤ ਦੀ ਸਭ ਤੋਂ ਵੱਡੀ ਪੇਸ਼ਕਸ਼, ਸਭ ਤੋਂ ਪਹਿਲਾਂ ਐਨਕਾਊਂਟਰ ਕੀਤਾ ਗਿਆ ਲਾਈਵ ਭਾਰਤ ਵੱਲੋਂ ਇਸ ਮੁੱਦੇ ਦੇ ਉੱਤੇ ਵੀ ਉਹ ਸਰਦਾਰ ਜੀ ਜਿਹੜੇ ਗੁਰੂ ਨਾਨਕ ਦੇਵ ਜੀ ਦੀ ਹੱਟੀ ਚਲਾ ਰਹੇ ਨੇ, ਕੀ ਉਹ ਗੁਰੂ ਨਾਨਕ ਦੇਵ ਜੀ ਦਾ ਨਾਮ ਕਿਸ ਤਰੀਕੇ ਨਾਲ ਵਰਤ ਰਹੇ ਨੇ। ਮੈਨੂੰ ਜੋ ਮੇਰੀ ਪਰਸਨਲ ਰਾਏ ਜੋ ਦੁੱਗਲ ਸਾਹਿਬ ਤੋਂ ਮੈਨੂੰ ਸਮਝ ਆਈ ਵੀ ਉਹਨੂੰ ਫ੍ਰੀ ਸੇਵਾ ਕਰਨੀ ਚਾਹੀਦੀ, ਨਾ ਕਿ ਉਹਨੂੰ ਵੇਚਣਾ ਚਾਹੀਦਾ। ਜੇ ਉਹ ਵਾਕਈ ਦਵਾਈਆਂ ਨੂੰ ਸੇਵਾ ਕਰਨਾ ਚਾਹੁੰਦਾ ਹੈ ਤੇ ਦਵਾਈਆਂ ਲੈ ਕੇ ਲੋਕਾਂ 'ਚ ਫ੍ਰੀ ਵੰਡਦੇ ਜਿੱਦਾਂ ਹੋਰ ਸੰਸਥਾਵਾਂ ਕਰਦੀਆਂ ਰਹੀਆਂ ਨੇ। ਹੁਣ ਦੂਸਰੀ ਗੱਲ ਇਹਦੇ ਵਿੱਚ ਸਭ ਨਾਲ ਨਿਕਲ ਕੇ ਆਈ ਵੀ ਕੁਝ ਦਵਾਈਆਂ ਇਹਨਾਂ ਬਾਰੇ ਚਾਨਣ ਪਾਵੇ ਸ਼ਾਇਦ, ਜਿਹਦੇ ਨਾਲ ਸਾਰਾ ਇਹ ਮੁੱਦਾ ਜਿਹੜਾ ਕਲੀਅਰ ਹੋ ਜਾਏ। ਤੇ ਡਰੱਗ ਪਾਲਿਸੀ ਤੇ ਜਿਹੜੀ ਵੀ ਦਵਾਈ ਤੇ MRP ਲਿਖੀ ਗਈ ਹੈ ਉਹ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਗਈ ਹੈ, ਉਹ ਕਿਸੇ ਕੰਪਨੀ ਵੱਲੋਂ ਨਹੀਂ ਹੈ ਵੀ ਜੋ ਮਰਜ਼ੀ ਉਹ ਬਣਾ ਦੇਵੇ, ਜੋ ਮਰਜ਼ੀ ਲਿਖ ਦੇਵੇ, ਜਿਸ ਤਰ੍ਹਾਂ ਮਰਜ਼ੀ ਕਰ ਦੇਵੇ। ਇਸ ਤਰ੍ਹਾਂ ਦੇ ਮਸਲਿਆਂ ਤੇ ਸਭ ਨਾਲ ਪਹਿਲਾਂ ਲਾਈਵ ਭਾਰਤ ਦੀ ਸਭ ਨਾਲ ਵਧੀਆ ਪੇਸ਼ਕਸ਼ ਸੰਦੀਪ ਸਿੰਘ ਦੇ ਨਾਲ, ਕੈਮਰਾਮੈਨ ਮਨੋਜ ਦੇ ਨਾਲ, ਮੇਰੇ ਨਾਲ ਜੀ ਅੱਜ ਮੈਂ ਵੀ ਗੱਲ ਕਰਾਂਗਾ। ਮੇਰੇ ਨਾਲ ਡਰੱਗ ਮੈਨੂਫੈਕਚਰ ਐਸੋਸੀਏਸ਼ਨ ਦੇ ਅੰਮ੍ਰਿਤਸਰ ਦੇ ਆਪਣੇ ਪ੍ਰੈਜ਼ੀਡੈਂਟ ਅਜੇ ਸ਼ਰਮਾ ਜੀ ਵੀ ਮੇਰੇ ਨਾਲ ਨੇ, ਹੋਲਸੇਲ ਦੇ ਮੇਰੇ ਪ੍ਰੈਜ਼ੀਡੈਂਟ ਰਜੇਸ਼ ਹੋਈ ਜੀ ਨੇ, ਰਿਟੇਲ ਦੇ ਮੇਰੇ ਪ੍ਰੈਜ਼ੀਡੈਂਟ ਸੰਜੀਵ ਜੀ ਨੇ, ਰਾਜੀਵ ਕਪੂਰ ਜੀ ਨੇ, ਔਰ ਸਾਡੀ ਆਪਣੀ ਐਸੋਸੀਏਸ਼ਨ ਦੇ ਚੇਅਰਮੈਨ ਅਨੂਪ ਬਿੱਟਾ ਜੀ ਵੀ ਸਾਡੇ ਨਾਲ ਬੈਠੇ ਨੇ। ਔਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੈਨੂਫੈਕਚਰ, ਹੋਲਸੇਲਰ, ਰਿਟੇਲਰ ਔਰ ਸਾਡੇ ਅਸੀਂ ਕਿਸ ਤਰ੍ਹਾਂ ਇੱਕ ਇਹੋ ਜਿਹੀ ਕੰਡੀਸ਼ਨ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ। ਔਰ ਮੈਂ ਇੱਕ ਗੱਲ ਹੋਰ ਕਹਾਂਗਾ ਕਿ ਸਾਡੇ ਕੈਮਿਸਟ ਹੀ ਸੀ ਜਿਨ੍ਹਾਂ ਨੇ ਪੰਜਾਬ ਸਰਕਾਰ ਦੇ ਨਾਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਈਵਨ ਮੇਰਾ ਮੋਬਾਈਲ ਨੰਬਰ ਮੇਰੇ ਇਸ ਰਿਟੇਲ ਦੇ ਇਸ ਵੀਰ ਦਾ, ਹੋਲਸੇਲਰ ਦੇ ਪ੍ਰੈਜ਼ੀਡੈਂਟ ਦਾ ਔਰ ਮੇਰੇ ਹੋਲਸੇਲਰ ਦੇ ਜਨਰਲ ਸੈਕਟਰੀ ਦਾ, ਜਿਹੜਾ ਕਿ ਐਮਰਜੈਂਸੀ ਨੰਬਰ ਜਿਹੜਾ ਸੀ, ਔਰ 22 ਤਰੀਕ ਰਾਤੀ ਅੰਮ੍ਰਿਤਸਰ ਦੇ DC ਸ਼ਿਵ ਦੁਲਾਰ ਸਿੰਘ ਜੀ ਨਾਲ ਮੈਂ ਰਾਤੀ 11 ਵਜੇ ਜਾ ਕੇ ਮੀਟਿੰਗ ਕੀਤੀ। ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ 5 ਕੈਮਿਸਟਾਂ ਦਾ ਨਾਂ ਦੱਸੋ, ਔਰ ਜਦੋਂ ਮੈਂ ਆਪਣਾ ਪਰਸਨਲ ਮੋਬਾਈਲ ਨੰਬਰ ਜਦੋਂ ਮੈਂ ਉਹਨਾਂ ਨੂੰ ਦਿੱਤਾ ਔਰ ਬੜੇ ਹੈਰਾਨ ਹੋਏ, ਕਹਿੰਦੇ ਯੋਧਾ ਹੋਵੇ ਤੇ ਤੁਹਾਡੇ ਵਰਗਾ ਹੋਵੇ, ਤੁਹਾਡੇ ਕੈਮਿਸਟਾਂ ਵਰਗਾ ਹੋਵੇ, ਕਿ ਜਿਨ੍ਹਾਂ ਨੇ ਆਪ ਸੇਵਾ ਕਰਨ ਦੀ ਆਪਣੇ ਨਾਂ ਜਿਹੜੇ ਨੇ ਅੱਗੇ ਦਿੱਤੇ ਨੇ। ਅਸੀਂ 7.5 ਲੱਖ ਤੋਂ ਵੱਧ ਜਿਹੜੀ ਹੈ ਦਵਾਈ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚਾਈ ਹੈ ਆਲਰੇਡੀ ਇਸ ਲੋਕਡਾਊਨ ਪੀਰੀਅਡ ਦੇ ਵਿੱਚ। ਇੱਕ ਗੱਲ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਵੀ ਜਦੋਂ ਡਾਕਟਰ ਆਪਣੇ ਬੋਰਡਾਂ ਦੇ ਉੱਤੇ ਮੋਬਾਈਲ ਨੰਬਰ ਮਿਟਾ ਕੇ ਭੱਜ ਗਏ ਸਨ ਤੇ ਉਦੋਂ ਸਿਰਫ ਇੱਕ ਮੈਡੀਕਲ ਸਟੋਰ ਵਾਲਾ ਹੀ ਖਲੋਤਾ ਸੀ ਹਰ ਗਲੀ ਨੁੱਕਰ ਦੇ ਵਿੱਚ ਦੁਕਾਨਾਂ ਖੋਲ੍ਹ ਕੇ। ਸ਼ਾਇਦ ਉਸ ਸਮੇਂ ਅਗਰ ਮੈਡੀਕਲ ਸਟੋਰ ਵੀ ਬੰਦ ਕਰ ਜਾਂਦੇ ਤੇ ਪੂਰੇ ਪੰਜਾਬ ਵਿੱਚ, ਪੂਰੇ ਹਿੰਦੁਸਤਾਨ 'ਚ ਇੱਕ ਹਾਹਾਕਾਰ ਮਚ ਜਾਣੀ, ਸਰਕਾਰੀ ਹਸਪਤਾਲਾਂ ਨੂੰ ਮਰੀਜ਼ ਸਾਹਮਣੇ ਔਖੇ ਹੋ ਜਾਣੇ ਸੀ। ਮੇਰੇ ਖਿਆਲ ਜਿੱਥੋਂ ਤੱਕ ਮੈਂ ਕਹਿ ਰਿਹਾ, ਮੇਰੀ ਜਾਣਕਾਰੀ ਮੁਤਾਬਕ ਮੈਨੂੰ ਜੋ ਮਹਿਸੂਸ ਹੋਇਆ ਬਿਲਕੁਲ ਸਹੀ ਕਹਿ ਰਹੇ ਨੇ। ਬਾਕੀ ਜੇ ਇਸ ਗੱਲ ਮੋਦੀ ਖਾਨੇ ਦੀ ਗੱਲ ਕੀਤੀ ਹੈ, ਉਹ ਮੋਦੀ ਖਾਨੇ ਬਾਰੇ ਸਾਰੀ ਕੁਝ ਡਿਟੇਲ ਦੱਸ ਚੁੱਕੇ ਵੀ ਇਹਨਾਂ ਦਵਾਈਆਂ ਬਾਰੇ ਸਪਸ਼ਟੀਕਰਨ ਦੇਗੇ, ਉਹਦੇ ਤੇ ਲੀਗਲ ਐਕਸ਼ਨ ਵੀ ਲੈਣ ਜਾ ਰਹੀ ਹੈ। ਕੈਮਿਸਟ ਐਸੋਸੀਏਸ਼ਨ ਸਾਰੀ ਇਕੱਠੀ ਹੋ ਕੇ ਕੱਲ੍ਹ ਲੁਧਿਆਣੇ ਵਿੱਚ ਮੀਟਿੰਗ ਹੈ, ਜਲਦੀ ਉਹਦੇ ਤੇ ਲੀਗਲ ਐਕਸ਼ਨ ਵੀ ਲਿਆ ਜਾਏਗਾ। ਸੰਬੰਧਿਤ ਡਿਪਾਰਟਮੈਂਟ ਨੂੰ ਵੀ ਲਿਖਿਆ ਜਾਵੇਗਾ ਵੀ ਇਹਦੀ ਡਿਗਰੀਆਂ, ਡਿਪਲੋਮੇ, ਇਹਦੀ ਕੁਆਲੀਫਿਕੇਸ਼ਨ ਚੈੱਕ ਕੀਤੀ ਜਾਵੇ, ਕਿਸ ਨਾਂ ਤੇ ਕਾਊਂਟਰ ਚੱਲ ਰਿਹਾ, ਕਿੰਨੇ ਇਹਨੂੰ ਪਰਮਿਸ਼ਨ ਦਿੱਤੀ, ਕਿਸ ਤਰ੍ਹਾਂ ਬੋਲਣ ਦਾ ਜ਼ਰੀਆ ਕੀ ਹੈ, ਕੌਣ ਇਹਦੇ ਪਿੱਛੇ ਹੈ, ਇਹਦੀ ਪੂਰੀ ਸਾਜ਼ਿਸ਼ ਦੀ ਬੇਨਕਾਬ ਕੀਤਾ ਜਾਏਗੀ। ਲਾਈਵ ਭਾਰਤ ਦੀ ਇੱਕ ਸਪੈਸ਼ਲ ਰਿਪੋਰਟ ਦੇ ਨਾਲ ਸੰਦੀਪ ਸਿੰਘ ਵਿੱਕੀ, ਕੈਮਰਾਮੈਨ ਮਨੋਜ। ਜੈ ਹਿੰਦ, ਜੈ ਭਾਰਤ। ਵੀ ਗੱਲ ਕਰਾਂਗਾ। ਮੇਰੇ ਨਾਲ ਡਰੱਗ ਮੈਨੂਫੈਕਚਰ ਐਸੋਸੀਏਸ਼ਨ ਦੇ ਅੰਮ੍ਰਿਤਸਰ ਦੇ ਆਪਣੇ ਪ੍ਰੈਜ਼ੀਡੈਂਟ ਅਜੇ ਸ਼ਰਮਾ ਜੀ ਵੀ ਮੇਰੇ ਨਾਲ ਨੇ, ਹੋਲਸੇਲ ਦੇ ਮੇਰੇ ਪ੍ਰੈਜ਼ੀਡੈਂਟ ਰਜੇਸ਼ ਹੋਈ ਜੀ ਨੇ, ਰਿਟੇਲ ਦੇ ਮੇਰੇ ਪ੍ਰੈਜ਼ੀਡੈਂਟ ਸੰਜੀਵ ਜੀ ਨੇ, ਰਾਜੀਵ ਕਪੂਰ ਜੀ ਨੇ, ਔਰ ਸਾਡੀ ਆਪਣੀ ਐਸੋਸੀਏਸ਼ਨ ਦੇ ਚੇਅਰਮੈਨ ਅਨੂਪ ਬਿੱਟਾ ਜੀ ਵੀ ਸਾਡੇ ਨਾਲ ਬੈਠੇ ਨੇ। ਔਰ